ਕੌਮੀ ਇਨਸਾਫ ਮੋਰਚਾ ਕੌਮ ਦੀਆਂ ਮੰਗਾਂ ਲੈ ਕੇ ਬੈਠਾ ਜਾਂ ਸਿਆਸਤ ਦੀਆਂ ਮੰਗਾਂ ਲੈ ਕੇ ਬੈਠਾ? ਸਰਕਾਰਾਂ ਨੇ ਉਹ ਧੱਕੇਸ਼ਾਹੀ ਕੀਤੀ ਹੈ ਜਿਹਦਾ ਲੋਕ ਰਾਜ ਦੇ ਵਿੱਚ ਅਸੀਂ ਬਿਲਕੁਲ ਤਵੱਕੋ ਨਹੀਂ ਕਰਦੇ ਕਿ ਲੋਕ ਰਾਜ ਇਸ ਤਰ੍ਹਾਂ ਵੀ ਹੋਏਗਾ। ਤੁਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਐਸਟੈਬਲਿਸ਼ ਕਰਨਾ ਬਤੌਰ ਜਥੇਦਾਰ ਜਾਂ ਰਿਹਾ ਕਰਨਾ? ਦੇਖੋ ਐਸਟੈਬਲਿਸ਼ ਤਾਂ ਉਹ ਹੋ ਚੁੱਕਿਆ ਨਾ 2015 ਚ ਜਦੋਂ ਉਹਨਾਂ ਨੂੰ ਬਣਾ ਦਿੱਤਾ ਗਿਆ। ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਉਹਨਾਂ ਨੂੰ ਨਹੀਂ ਮੰਨਦੇ? ਪਰ ਅੱਜ ਉਹ ਕਿਹਦੇ ਪਾਲੇ 'ਚ ਖੜੇ ਆ, ਉਹਨਾਂ ਦੀ ਉਹ ਸਨਮਾਨਜਨਕ ਜਿਹੜੀ ਤਸਵੀਰ ਹੈ ਉਹ ਲੋਕਾਂ ਦੇ ਦਿਲਾਂ 'ਚ ਨਹੀਂ ਬਣਦੀ। ਜਦੋਂ ਧਾਮੀ ਸਾਹਿਬ ਦੇ ਅਟੈਕ ਦਾ ਜ਼ਿਕਰ ਹੁੰਦਾ ਉਦੋਂ ਇਉਂ ਲੱਗਦਾ ਕਿ ਤੁਸੀਂ ਆਪਣੇ ਮੋਰਚੇ ਨੂੰ ਆਪ ਹੀ ਟਰੈਕ ਤੋਂ ਲਾ ਲਿਆ। ਸਰਦਾਰ ਪਾਲ ਸਿੰਘ ਫਰਾਂਸ ਨੇ ਸਪਸ਼ਟ ਕਿਹਾ ਸੀ ਕਿ 10 ਲੱਖ ਲੋਕਾਂ ਨੇ ਜਥੇਦਾਰ ਚੁਣਿਆ ਜਗਤਾਰ ਸਿੰਘ ਹਵਾਰਾ ਨੂੰ। ਕੀ ਤੁਸੀਂ ਉਹਨਾਂ ਨੂੰ ਜਥੇਦਾਰ ਮੰਨਦੇ ਆ? ਦੋ ਚੀਜ਼ਾਂ ਤੁਸੀਂ ਕਰ ਰਹੇ ਹੋ, ਤੁਸੀਂ ਐਸਜੀਪੀਸੀ ਦਾ ਬਦਲ ਬਣਨਾ ਚਾਹੁੰਦੇ ਹੋ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਹੈ ਉਹਨਾਂ ਦੀ ਜਗ੍ਹਾ ਤੁਸੀਂ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਦੇਖਣਾ ਚਾਹੁੰਦੇ ਹੋ। ਅਸੀਂ ਇਹ ਚਾਹੁੰਦੇ ਆ ਕਿ ਪੰਥ ਕੀ ਚਾਹੁੰਦਾ ਹੈ। ਪੰਥ ਕੀ ਚਾਹੁੰਦਾ ਸੀਗਾ ਕਿ ਮਿਸਟਰ ਧਾਮੀ ਹੁਣ ਤੇ ਅਟੈਕ ਕਰ ਦੋ ਉਹਨਾਂ ਤੇ। ਇਹ ਕੌਮੀ ਇਨਸਾਫ ਮੋਰਚਾ ਲੋਕ ਅਧਿਕਾਰ ਲਹਿਰ ਦਾ ਮੋਰਚਾ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਮੋਰਚਾ? ਇਹ ਕੌਮ ਦਾ, ਪੰਥ ਦਾ, ਇਨਸਾਨੀਅਤ ਦਾ, ਮਨੁੱਖਤਾ ਦਾ, ਗੁਰੂ ਦਾ ਮੋਰਚਾ ਹੈ। ਇਸ ਗੁਰੂ ਦੇ ਮੋਰਚੇ ਦੇ ਵਿੱਚ ਜੇ ਕੋਈ ਵੀ ਬੰਦਾ ਆਉਂਦਾ ਉਹਨੂੰ ਪਰਮਿਸ਼ਨ ਲੈ ਕੇ ਆਉਣਾ ਪਊਗਾ। ਜਿਹੜੀਆਂ ਤੁਹਾਡੀਆਂ 4 ਮੰਗਾਂ ਹੈਗੀਆਂ ਉਹ 4 ਮੰਗਾਂ ਕਿਹੜੀ ਸਰਕਾਰ ਤੋਂ ਤੁਸੀਂ ਹੱਲ ਕਰਵਾਉਣਾ? ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨ ਲਈ, ਇਹਨਾਂ ਚਾਰੋਂ ਮੰਗਾਂ ਨੂੰ ਧੁੰਦਲਾ ਕਰਨ ਲਈ ਸਾਰੀਆਂ ਪੋਲੀਟੀਕਲ ਪਾਰਟੀਆਂ ਇੱਕ ਹੈ। ਬੇਅਦਬੀ ਦਾ ਇਨਸਾਫ ਤੁਸੀਂ ਮੋਰਚਿਆਂ ਦੇ ਜ਼ਰੀਏ ਲੈਣਾ, ਸਰਕਾਰਾਂ ਤੋਂ ਲੈਣਾ ਜਾਂ ਸੋਧੇ ਲਾ ਕੇ ਲੈਣਾ? ਗੁਰੂ ਸਾਹਿਬ ਨੇ ਕਿਹਾ ਕਿ ਚੂ ਕਾਰ ਹਮਾਹੀਲ ਤੇ ਦਰਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਤੁਸੀਂ ਜਸਟੀਫਾਈ ਕਰਦੇ ਹੋ ਉਹਨੂੰ ਕਿ ਜਦੋਂ ਸਰਕਾਰ ਹੀ ਅੰਨੀ ਹੋਗੀ, ਬੋਲੀ ਹੋਗੀ ਤਾਂ ਫਿਰ ਕੀ ਕਰੋਗੇ ਤੁਸੀਂ? ਫਿਰ ਅੰਮ੍ਰਿਤਪਾਲ ਸਿੰਘ ਜੋ ਸੋਧੇ ਲਾਉਣ ਵਾਲੀ ਗੱਲ ਕਰਦੇ ਹੋ ਠੀਕ ਹੈ? ਬਿਲਕੁਲ ਨਹੀਂ ਇਸ ਗੱਲ ਦੀ ਹਮਾਇਤ ਕਰਦੇ। ਜੇ ਤੁਸੀਂ ਪੰਥ ਵਿੱਚ ਏਕਾ ਚਾਹੁੰਦੇ ਹੋ, ਜਦੋਂ ਤੱਕ ਤੁਹਾਡੇ 'ਚ ਏਕਾ ਨਹੀਂ ਹੋਊਗਾ ਸਰਕਾਰਾਂ ਤੁਹਾਡੀ ਕਿਵੇਂ ਸੁਣਨਗੀਆਂ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਅਸਤੀਫਾ ਦੇ ਕੇ ਧਾਮੀ ਸਾਹਿਬ ਇੱਥੇ ਆਉਣ, ਅਸੀਂ ਉਹਨਾਂ ਨੂੰ ਸਭ ਤੋਂ ਮੂਹਰੇ ਲਾਉਣ ਵਾਸਤੇ ਤਿਆਰ ਹਾਂ। ਤੁਸੀਂ ਐਸਜੀਪੀਸੀ ਤੇ ਅਕਾਲ ਤਖਤ ਦੇ ਜਥੇਦਾਰ ਦਾ ਬਦਲ ਚਾਹੁੰਦੇ ਹੋ? ਅਸੀਂ ਸੁੱਤੀਆਂ ਤੇ ਮਰੀਆਂ ਹੋਈਆਂ ਜ਼ਮੀਰਾਂ ਨੂੰ ਜਗਾਉਣਾ ਚਾਹੁੰਦੇ ਹਾਂ। ਤੁਸੀਂ ਖਾਲਿਸਤਾਨ ਦਾ ਨੈਰੇਟਿਵ ਸਿਰਜਣਾ ਚਾਹ ਰਹੇ ਹੋ ਕਿ ਖਾਲਿਸਤਾਨ ਕੌਣ ਮੰਗ ਰਿਹਾ ਹੈ? ਕਿ ਭਾਰਤ ਨੂੰ ਆਜ਼ਾਦ ਕਰਾਉਣ ਲਈ ਕਿ ਅਸੀਂ 90% 93% ਦੀ ਕੁਰਬਾਨੀਆਂ ਦਿੱਤੀਆਂ, ਫਿਰ ਪੂਰਾ ਭਾਰਤ ਹੀ ਸਾਡਾ ਹੈ। ਅਸੀਂ ਖਾਲਿਸਤਾਨ ਕਿਉਂ ਮੰਗਦੇ ਹਾਂ? ਅਸੀਂ ਪੂਰੇ ਭਾਰਤ ਤੇ ਰਾਜ ਕਰਾਂਗੇ। ਕੇਂਦਰੀ ਮੰਤਰੀ ਨੇ ਆ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹਰਾਂ ਦੀ ਮੌਜੂਦਗੀ ਵਿੱਚ ਦਸਤੀ ਜਿਹੜੀ ਮੁਹਿੰਮ ਹੈਗੀ ਉਹਦੇ ਵਿੱਚ ਹਿੱਸਾ ਪਾਇਆ, ਉਹਦਾ ਤੁਸੀਂ ਸਵਾਗਤ ਕਰਦੇ ਹੋ? ਦੇਖੋ ਮੈਂ ਤਾਂ ਇਹ ਕਹਿਣਾ, ਅਪਰਾਧੀ ਦੂਣਾ ਨਿਵੇਂ ਜਿਉਂ ਹੰਤਾ ਮਰ ਗਏ, ਛੱਡਣੇ ਹੀ ਤੁਸੀਂ ਹੈ। ਸੈਨਿਕਾਂ ਦੇ ਲਈ ਕਰ ਰਹੇ ਹੋ। ਕਿਉਂ ਲੱਗਦਾ ਵੀ ਕਿਉਂ ਨਹੀਂ ਛੱਡਣਾ ਚਾਹੁੰਦੇ ਹੋ? ਕਿਉਂਕਿ ਝੂਠ ਦੀਆਂ ਦੁਕਾਨਾਂ ਬੰਦ ਹੋਣ ਦਾ ਖਤਰਾ ਹੈ। ਜੇ ਕਿਸੇ ਕੌਮ ਦੇ ਜਰਨੈਲ ਦੇ ਕਹਿਣ ਤੇ ਲੱਖਾਂ ਲੋਕ ਇਕੱਠੇ ਹੋ ਸਕਦੇ ਆ, ਤੇ ਜਦੋਂ ਉਹ ਬਾਹਰ ਆਏਗਾ ਤੇ ਸੜਕਾਂ ਦੇ ਉੱਤੇ ਤਿਲ ਸੁੱਟਣ ਦੀ ਥਾਂ ਨਹੀਂ ਹੋਣੀ। ਜਸ ਟੀਵੀ ਦੇਖ ਰਹੇ ਤੁਸੀਂ, ਮੈਂ ਕੇਪੀ ਸਿੰਘ। ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਕੌਮੀ ਇਨਸਾਫ ਮੋਰਚਾ, ਇਸ ਮੋਰਚੇ ਦਾ ਜ਼ਿਕਰ ਪੰਥਕ ਸਭਾਵਾਂ ਵਿੱਚ ਬਹੁਤ ਜ਼ਿਆਦਾ ਹੋ ਰਿਹਾ ਹੈ। ਜੋ ਪੰਥਕ ਸਭਾਵਾਂ ਵਿੱਚ ਇਹਦਾ ਜ਼ਿਕਰ ਹੋ ਰਿਹਾ ਤੇ ਇਸ ਵਿੱਚ ਪੋਲਿਟਿਕਸ ਆ ਜਿਹੜੀ ਉਹ ਤਪਦੀ ਪਈ ਹੈ। ਪਰ ਕੌਮੀ ਇਨਸਾਫ ਮੋਰਚਾ ਕਹਿੰਦਾ ਅਸੀਂ ਸਿਆਸਤ ਕਰਨੀ ਆਏ, ਅਸੀਂ ਮੁੱਦਿਆਂ ਦੀ ਲੜਾਈ ਲੜਨ ਆਏ ਹਾਂ। ਕਹਿੰਦੇ ਸਾਡੀਆਂ 4 ਕੌਮੀ ਮੰਗਾਂ ਨੇ ਤੇ ਜਿਨ੍ਹਾਂ ਦਾ ਹੱਲ ਸਾਨੂੰ ਸਰਕਾਰਾਂ ਤੋਂ ਚਾਹੀਦਾ ਹੈ। ਕਿਹੜੀ ਸਰਕਾਰ ਤੋਂ ਹੱਲ ਮੰਗਦੇ ਪਏ ਆ ਤੇ ਉਹਦਾ ਹੱਲ ਹੋਊਗਾ ਕਿਵੇਂ, ਇਸ ਬਾਬਤ ਗੱਲਬਾਤ ਕਰ ਲਈ ਹੈ। ਸਾਡੇ ਸਟੂਡੀਓ ਦੇ ਵਿੱਚ ਬਹੁਤ ਹੀ ਖਾਸ ਮਹਿਮਾਨ ਮੌਜੂਦ ਨੇ। ਬਲਵਿੰਦਰ ਸਿੰਘ, ਜਿਹੜੇ ਕੌਮੀ ਇਨਸਾਫ ਮੋਰਚਾ ਜਿਨ੍ਹਾਂ ਨੇ ਇਹਦੇ ਸ਼ੁਰੂਆਤ ਦੇ ਦਿਨਾਂ ਵਿੱਚ ਆਪਣਾ ਸਭ ਕੁਝ ਝੋਕਿਆ। ਇਸ ਤੋਂ ਇਲਾਵਾ ਲੋਕ ਅਧਿਕਾਰ ਲਹਿਰ ਦੇ ਉਹ ਕਨਵੀਨਰ ਨੇ ਤੇ ਜਮਾਤੀ ਕਿਹਾ ਜਾਂਦਾ ਇਹਨਾਂ ਨੂੰ ਜਗਤਾਰ ਸਿੰਘ ਹਵਾਰਾ ਦਾ, ਪਰ ਜਮਾਤੀ ਨਹੀਂ, ਅਸਲ ਵਿੱਚ ਸਪੋਰਟਸ ਵਿੰਗ ਦੇ ਸਾਥੀ ਨੇ। ਬਲਵਿੰਦਰ ਸਿੰਘ ਜੀ, ਬਹੁਤ ਸਵਾਗਤ ਹੈ ਸਰ ਤੁਹਾਡਾ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅਤੇ ਜਸ ਟੀਵੀ ਅਤੇ ਤੁਹਾਡਾ ਕੇਪੀ ਸਿੰਘ ਜੀ, ਸ਼ੁਕਰੀਆ। ਕੀ ਹਾਲ ਚਾਲ ਤੁਹਾਡਾ? ਬਹੁਤ ਅੱਛਾ ਜੀ। ਕੌਮੀ ਇਨਸਾਫ ਮੋਰਚਾ ਕੌਮ ਦੀਆਂ ਮੰਗਾਂ ਲੈ ਕੇ ਬੈਠਾ ਬਿਲਕੁਲ, ਜਾਂ ਸਿਆਸਤ ਦੀਆਂ ਮੰਗਾਂ ਲੈ ਕੇ ਬੈਠਾ? ਕੌਮ ਦੀਆਂ ਬਹੁਤ ਦਰਦਨਾਕ ਦੁਖਦਾਈ ਅਤੇ ਜਿਹਦੇ 'ਚ ਸਰਕਾਰਾਂ ਨੇ ਮਤਲਬ ਉਹ ਧੱਕੇਸ਼ਾਹੀ ਕੀਤੀ ਹੈ ਜਿਹਦਾ ਲੋਕ ਰਾਜ ਦੇ ਵਿੱਚ ਅਸੀਂ ਬਿਲਕੁਲ ਤਵੱਕੋ ਨਹੀਂ ਕਰਦੇ ਕਿ ਲੋਕ ਰਾਜ ਇਸ ਤਰ੍ਹਾਂ ਵੀ ਹੋਏਗਾ। ਇੱਕ ਉਸ ਕੌਮ ਦੇ ਨਾਲ ਜਿਹੜੀ ਕੌਮ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਹੋਣ ਤੇ ਸਰਹੱਦਾਂ ਦੀ ਰਾਖੀ ਲਈ ਹਰ ਰੋਜ਼ ਲਾਸ਼ਾਂ ਸਰਹੱਦਾਂ ਤੋਂ ਆਉਂਦੀਆਂ ਹੋਣ। ਤੁਹਾਡਾ ਏਜੰਡਾ ਸਪਸ਼ਟ ਨਹੀਂ ਲੱਗਦਾ ਪਿਆ। ਮਸਲਨ ਤੁਹਾਡੇ ਏਜੰਡੇ 'ਤੇ ਸਵਾਲ ਹੈ ਕਿ ਤੁਸੀਂ ਇੱਕ ਸਿਆਸਤ ਨੂੰ ਉਭਾਰ ਰਹੇ ਹੋ, ਦੂਜੀ ਸਿਆਸਤ ਨੂੰ ਨਕਾਰ ਰਹੇ ਹੋ, ਜਦ ਕਿ ਤੁਸੀਂ ਕਹਿ ਰਹੇ ਅਸੀਂ ਕੌਮ ਦੇ ਮਸਲੇ ਲੈ ਕੇ ਬੈਠੇ ਹਾਂ।
ਨਹੀਂ, ਕਿਹੜੀ ਸਿਆਸਤ ਨੂੰ ਅਸੀਂ ਨਕਾਰ ਰਹੇ ਹਾਂ ਤੇ ਕਿਹੜੀ ਨੂੰ ਉਭਾਰ ਰਹੇ ਹਾਂ? ਅਕਾਲੀ ਦਲ ਦੀ ਸਿਆਸਤ ਨੂੰ ਇੱਕ ਨੂੰ ਤੁਸੀਂ ਨਕਾਰ ਰਹੇ ਹੋ, ਇੱਕ ਨੂੰ ਤੁਸੀਂ ਉਭਾਰ ਰਹੇ ਹੋ। ਦੇਖੋ, ਸਵਾਲ ਇਹ ਹੈ ਕਿ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਨ੍ਹਾਂ ਨੇ ਸੱਤਾ ਭੋਗੀ ਹੈ, ਅਸੀਂ ਸਾਰਿਆਂ ਨੂੰ ਬੇਪਰਦ ਕੀਤਾ ਹੈ। 26 ਜਨਵਰੀ ਗਣਤੰਤਰ ਦਿਵਸ ਦੇ ਉੱਤੇ ਜਿਹੜੀ ਇੱਕ ਬਹੁਤ ਵੱਡੀ ਲਾਮਿਸਾਲ ਰੋਸ ਮਾਰਚ ਹੋਇਆ, ਉਸ ਦਾ ਏਜੰਡਾ ਜਿਹੜਾ ਸੀ ਉਹ ਇਹ ਸੀ ਕਿ ਇਹ ਸਰਕਾਰਾਂ ਸੰਵਿਧਾਨ ਨੂੰ ਪੈਰਾਂ ਵਿੱਚ ਰੋਲ ਕੇ ਚੱਲਦੀਆਂ, ਉਹਦਾ ਅਪਮਾਨ ਕਰਦੀਆਂ, ਉਹਦੇ ਨਾਂ ਤੇ ਡਰਾਮੇ ਕਰਦੀਆਂ ਗਣਤੰਤਰਤਾ ਦਿਵਸ ਮਨਾ ਕੇ। ਉਹਨੂੰ ਅਸੀਂ ਪ੍ਰੂਵ ਕੀਤਾ ਹੈ ਲੋਕਾਂ ਦੇ ਸਹਿਯੋਗ ਦੇ ਨਾਲ, ਸੰਗਤਾਂ ਦੇ ਸਹਿਯੋਗ ਦੇ ਨਾਲ, ਤੁਹਾਡੇ ਵਰਗੇ ਵੀਰਾਂ ਤੇ ਚੈਨਲਾਂ ਦੇ ਸਹਿਯੋਗ ਦੇ ਨਾਲ। ਹਾਲਾਂਕਿ ਇਸ ਮੋਰਚੇ ਨੂੰ ਬਹੁਤੀ ਜਗ੍ਹਾ ਸ਼ੁਰੂ ਦੇ ਵਿੱਚ ਨਹੀਂ ਮਿਲੀ, ਪਰ ਹੌਲੀ ਹੌਲੀ ਜਿਸ ਵੇਲੇ ਲੋਕਾਂ ਦੀਆਂ ਭਾਵਨਾਵਾਂ ਇਹਦੇ ਨਾਲ ਜੁੜਦੀਆਂ ਗਈਆਂ ਤਾਂ ਇਹਦੀ ਸਪਸ਼ਟਤਾ ਇਸ ਮੋਰਚੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਅਤੇ ਕੌਮ ਦੇ ਉਸ ਜਰਨੈਲ ਦੀ ਆਵਾਜ਼ ਜਿਹਨੂੰ ਚੱਬੇ ਦੀ ਧਰਤੀ ਤੇ 10 ਲੱਖ ਲੋਕ ਜਿਹੜਾ ਹੈਗਾ ਉਹ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਕਾਰਿਆਂ ਦੀ ਗੂੰਜ ਦੇ ਵਿੱਚ ਐਲਾਨ ਕਰਦੇ ਆ। ਇਹ ਚੱਬੇ ਦੀ ਧਰਤੀ ਦਾ ਅਗਲਾ ਪੜਾਅ ਹੈ, ਬਿਲਕੁਲ ਬਿਨਾਂ ਸ਼ੱਕ। ਕਿਉਂਕਿ ਦੇਖੋ, ਸਾਫ਼ ਜੀ ਗੱਲ ਹੈ, ਮੈਨੂੰ ਬਾਪੂ ਜੀ ਦੇ ਨਾਲ ਮੁਲਾਕਾਤ ਕੀਤਿਆਂ ਕੋਈ ਬਹੁਤਾ ਸਮਾਂ ਨਹੀਂ ਹੋਇਆ। ਸਤੰਬਰ ਮਹੀਨੇ ਦੇ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ ਪੁਰਾਣੇ ਹੋਸਟਲ ਦੇ ਦਿਨਾਂ ਨੂੰ ਯਾਦ ਕਰਦਿਆਂ ਇੱਕ ਚਿੱਠੀ ਲਿਖਦੇ ਆਪਦੇ ਵਕੀਲ ਦੇ ਰਾਹੀਂ। ਉਸ ਤੋਂ ਬਾਅਦ ਮੈਂ ਬਾਪੂ ਜੀ ਨੂੰ ਮਿਲਦਾ। ਬਾਪੂ ਜੀ ਨੂੰ ਮਿਲ ਕੇ ਮੈਂ ਉਹਨਾਂ ਦੀਆਂ ਬਹੁਤ ਸਾਰੀਆਂ ਚਿੱਠੀਆਂ ਪੜ੍ਹਦਾ ਔਰ ਪੜ੍ਹਨ ਤੋਂ ਬਾਅਦ ਜਿਹੜਾ ਹੈਗਾ ਮੈਨੂੰ ਬਾਪੂ ਜੀ ਇੱਕ ਗੱਲ ਦੱਸਦੇ ਆ ਜਿਹੜੀ ਮੈਂ ਤੁਹਾਡੇ ਨਾਲ ਤੇ ਜਸ ਟੀਵੀ ਦੇ ਸਾਰੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦਾ। ਉਹ ਕਹਿੰਦੇ ਵੀ ਜਿਸ ਵੇਲੇ ਉਹਨਾਂ ਨੂੰ ਅਕਾਲ ਤਖਤ ਦਾ ਜਥੇਦਾਰ ਬਣਾਇਆ ਜਾਂਦਾ ਹੈ 2015 ਦੇ ਵਿੱਚ, ਉਸ ਤੋਂ ਪਹਿਲਾਂ ਮੈਨੂੰ ਜਿੰਨੇ ਪੁਲਿਸ ਅਫਸਰਾਂ ਦੇ, CID ਵਾਲਿਆਂ ਦੇ, ਭਾਰਤ ਦੀਆਂ ਏਜੰਸੀਆਂ ਦੇ ਫੋਨ ਆਉਂਦੇ ਸੀ ਤਾਂ ਉਹ ਮੈਨੂੰ ਕਹਿੰਦੇ ਸੀ, ਗੁਰਚਰਨ ਸਿੰਘ ਜੀ ਹਵਾਰੇ ਦਾ ਕੀ ਪ੍ਰੋਗਰਾਮ ਹੈ? ਜਦੋਂ ਤੋਂ ਉਹਨਾਂ ਨੂੰ ਜਥੇਦਾਰ ਬਣਾਇਆ ਉਹ ਪੁੱਛਦੇ ਆ, ਬਾਪੂ ਜੀ ਜਥੇਦਾਰ ਸਾਹਿਬ ਦਾ ਕੀ ਪ੍ਰੋਗਰਾਮ ਹੈ? ਸੋ ਬਹੁਤ ਸਾਰੀਆਂ ਅਜਿਹੀਆਂ ਅਨੇਕਾਂ ਘਟਨਾਵਾਂ ਜਿੱਥੇ ਉਹ ਕਿਸੇ ਪੁਲਿਸ ਅਫਸਰ ਨੂੰ ਮਿਲਦੇ ਆ, ਕਿਸੇ ਡਿਪਟੀ ਕਮਿਸ਼ਨਰ ਨੂੰ, ਬਾਕੀ ਬੰਦੀ ਸਿੰਘਾਂ ਦੀ ਪਰੋਲ ਲਈ, ਕਿਉਂਕਿ ਉਹ ਇਕੱਲੇ ਜਥੇਦਾਰ ਹਵਾਰਾ ਲਈ ਨਹੀਂ ਕੰਮ ਕਰਦੇ, ਉਹ ਸਾਰਿਆਂ ਲਈ ਕੰਮ ਕਰਦੇ ਆ। ਉਹਨਾਂ ਨੂੰ ਪਰੋਲ ਦਿਵਾਉਣ ਲਈ ਉਹਨਾਂ ਦੇ ਪੇਰੈਂਟਸ ਦੇ ਨਾਲ ਤਾਲਮੇਲ ਰੱਖਣਾ, ਉਹਨਾਂ ਦੇ ਬਾਕੀ ਦੇ ਘਰਦਿਆਂ ਨਾਲ ਤਾਲਮੇਲ ਰੱਖਣਾ, ਉਹਨਾਂ ਦੇ ਬੱਚਿਆਂ ਨਾਲ ਤਾਲਮੇਲ ਰੱਖਣਾ ਇੱਕ ਕੰਮ ਹੈ। ਉਹ ਕਹਿੰਦੇ ਵੀ ਜਦੋਂ ਤੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਲੋਕਾਂ ਨੇ ਸਹਿਮਤੀ ਦੇ ਕੇ ਜਥੇਦਾਰ ਬਣਾਇਆ, ਉਸ ਤੋਂ ਬਾਅਦ ਸਭ ਦਾ ਰਵੱਈਆ ਮੇਰੇ ਨਾਲ ਚੇਂਜ ਹੈ। ਅਫਸਰ ਮੈਨੂੰ ਖੜ ਕੇ ਮਿਲਦੇ ਆ ਸੀਟ ਤੇ। ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਬਲਵਿੰਦਰ ਸਿੰਘ ਜੀ, ਤੁਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਐਸਟੈਬਲਿਸ਼ ਕਰਨਾ ਬਤੌਰ ਜਥੇਦਾਰ ਜਾਂ ਰਿਹਾ ਕਰਵਾਉਣਾ? ਦੇਖੋ, ਸਵਾਲ ਇਹ ਹੈ, ਉਹ ਐਸਟੈਬਲਿਸ਼ ਹੋਏ ਹੈ, ਉਹਨਾਂ ਨੂੰ ਐਸਟੈਬਲਿਸ਼ ਅਸੀਂ ਕੀ ਕਰਨਾ ਹੈ? ਇੱਕ ਬੰਦਾ ਜਿਹੜਾ ਘਰੋਂ ਜਰਜੋਰੂ ਜ਼ਮੀਨ ਦੀ ਲੜਾਈ ਲਈ ਨਹੀਂ ਨਿਕਲਦਾ। ਨਹੀਂ, ਬਤੌਰ ਜਥੇਦਾਰ ਮੈਂ ਕਹਿ ਰਿਹਾ, ਦੇਖੋ, ਬਤੌਰ ਜਥੇਦਾਰ ਤੁਸੀਂ ਐਸਟੈਬਲਿਸ਼ ਕਰ ਰਹੇ ਹੋ। ਦੇਖੋ, ਐਸਟੈਬਲਿਸ਼ ਤਾਂ ਉਹ ਹੋ ਚੁੱਕਿਆ ਨਾ 2015 ਚ ਜਦੋਂ ਉਹਨਾਂ ਨੂੰ ਬਣਾ ਦਿੱਤਾ ਗਿਆ, ਤਾਂ ਸਾਡੇ ਐਸਟੈਬਲਿਸ਼ ਕਰਨ ਦੀ ਲੋੜ ਨਹੀਂ। ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਉਹਨਾਂ ਨੂੰ ਨਹੀਂ ਮੰਨਦੇ? ਨਹੀਂ, ਦੇਖੋ, ਉਹਨਾਂ ਨੂੰ ਮੰਨਣ ਨਾ ਮੰਨਣ ਦਾ ਸਵਾਲ ਨਹੀਂ, ਮੰਨਣਾ ਹੁੰਦਾ ਹੈ ਜਿਹੜਾ ਲੋਕਾਂ ਦੀਆਂ ਭਾਵਨਾਵਾਂ ਕਿਸੇ ਨੂੰ ਸਵੀਕਾਰ ਕਰਦੀਆਂ ਕਿ ਨਹੀਂ ਕਰਦੀਆਂ। ਧਾਮੀ ਸਾਹਿਬ ਦੀ ਬਹੁਤ ਇੱਜ਼ਤ ਹੈ, ਉਹਨਾਂ ਨੇ ਬਹੁਤ ਕੰਮ ਪਿਛਲੇ ਸਮੇਂ ਦੇ ਵਿੱਚ ਖਾੜਕੂ ਸਫਬੰਦੀਆਂ ਦੇ ਵਿੱਚ ਕੀਤਾ ਹੈ, ਉਹਨਾਂ ਦੇ ਕੇਸ ਲੜੇ ਨੇ, ਪਰ ਅੱਜ ਉਹ ਕਿਹਦੇ ਪਾਲੇ 'ਚ ਖੜੇ ਹੈ, ਇਸ ਕਰਕੇ ਉਹਨਾਂ ਦੀ ਉਹ ਸਨਮਾਨਜਨਕ ਜਿਹੜੀ ਤਸਵੀਰ ਹੈ ਉਹ ਲੋਕਾਂ ਦੇ ਦਿਲਾਂ 'ਚ ਨਹੀਂ ਬਣਦੀ। ਨਹੀਂ, ਲੋਕ ਤਾਂ ਸਿੱਧਾ ਇਸੇ ਤਰ੍ਹਾਂ ਜਥੇਦਾਰ ਦਾ ਲੋਕ ਤਾਂ ਸਿੱਧਾ ਕਹਿੰਦੇ ਪਏ ਆ ਧਾਮੀ ਸਾਹਿਬ ਤੇ ਹਮਲਾ ਕਰਵਾਉਣ ਵਾਲੇ ਤੁਸੀਂ ਹੋ। ਨਹੀਂ, ਇਹਦਾ ਕੀ ਜਵਾਬ ਦੋਗੇ ਤੁਸੀਂ? ਦੇਖੋ, ਸਵਾਲ ਇਹ ਹੈ ਧਾਮੀ ਸਾਹਿਬ ਤੇ ਹਮਲਾ ਕਰਵਾਉਣ ਵਾਲੇ ਅਸੀਂ ਕਿਵੇਂ ਆ, ਇਹਦਾ ਤੁਸੀਂ ਸਟੈਪ ਬਾਈ ਸਟੈਪ ਜਵਾਬ ਸੁਣੋ। ਪਹਿਲੀ ਗੱਲ, 15 ਦਸੰਬਰ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਆਦੇਸ਼ ਤੇ ਅਸੀਂ ਇਹਨਾਂ ਦੇ ਘਰ ਜਾਂਦੇ ਆ। ਸਰਦਾਰ ਪਾਲ ਸਿੰਘ ਫਰਾਂਸ ਨਾਲ ਸੀਗੇ। 5 ਪਿਆਰੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਢੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ, ਜਿਸ ਵੇਲੇ ਉਹ ਸੌਦਾ ਸਾਧ ਨੂੰ ਮਾਫੀ ਦੇਣ ਵਾਲੇ ਮਾਮਲੇ ਦੇ ਉੱਤੇ ਇਸ਼ਤਿਹਾਰ ਦਿੰਦੇ ਆ ਜਾਂ ਮਾਫੀ ਦਿੰਦੇ ਆ ਸੌਦਾ ਸਾਧ ਨੂੰ, ਤਾਂ ਉਹਨਾਂ ਨੂੰ ਕੱਢ ਦਿੱਤਾ ਗਿਆ, ਕਿਉਂਕਿ ਜਦੋਂ ਉਹਨਾਂ ਨੇ ਸਵਾਲ ਚੁੱਕਿਆ ਤੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਉਹ ਨਾਲ ਸੀਗੇ। ਅਸੀਂ ਉਦੋਂ ਇਹਨਾਂ ਕੋਲੇ, ਕਿਉਂਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਇਸ ਮੋਰਚੇ ਦੇ ਨਾਲ ਜਿਹੜੀ ਵਿਊ ਪੁਆਇੰਟ ਹੈ, ਦੂਰ ਦ੍ਰਿਸ਼ਟੀ ਹੈ, ਉਹ ਮੈਂ ਤੁਹਾਡੇ ਇਸ ਵਿਊ ਪੁਆਇੰਟ ਪ੍ਰੋਗਰਾਮ 'ਚ ਜ਼ਰੂਰ ਸਾਂਝੀ ਕਰਨੀ ਚਾਹੂੰਗਾ। ਉਹ 3 ਗੱਲਾਂ ਲੈ ਕੇ ਚੱਲ ਰਹੇ ਹੈ। ਪਹਿਲੀ ਗੱਲ,
ਉਹ ਕਹਿੰਦੇ ਵੀ ਕੌਮ ਜਿਹੜੀ ਹੈਗੀ ਆ ਉਹ ਇਕਜੁੱਟ ਹੋਵੇ। ਦੂਸਰੀ ਗੱਲ, ਕੌਮ ਦੇ ਵੱਖ-ਵੱਖ ਮੁੱਦਿਆਂ ਦੇ ਉੱਤੇ ਲੱਗੇ ਹੋਏ ਮੋਰਚੇ ਇਕੱਠੇ ਹੋਣ। ਤੇ ਤੀਸਰੀ ਗੱਲ ਜਿਹੜੀ ਹੈਗੀ ਆ ਉਹ ਇਹ ਹੈ ਕਿ ਲੰਬੇ ਸਮੇਂ ਤੋਂ ਨਿਰਾਸ਼ਾ ਦੇ ਵਿੱਚ ਪਈ ਹੋਈ ਕੌਮ ਨੂੰ ਜਿਹੜਾ ਹੈਗਾ ਉਹ ਇੱਕ ਹਲਾਰਾ ਮਿਲੇ। ਇਹ ਉਹਨਾਂ ਦੀ ਇੱਛਾ ਹੈ। ਪੰਥ ਤੇ ਪੰਜਾਬ ਚੜ੍ਹਦੀ ਕਲਾ 'ਚ ਹੋਵੇ, ਕਿਉਂਕਿ ਜੇ ਪੰਥ ਹੈ ਤਾਂ ਪੰਜਾਬ ਹੈ, ਜੇ ਪੰਜਾਬ ਹੈ ਤਾਂ ਪੰਥ ਹੈ। ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ। ਸੋ ਅਜਿਹੀ ਕੋਈ ਗੱਲ ਨਹੀਂ ਕਿ ਅਸੀਂ ਉਹਨਾਂ ਨੂੰ ਇਸਟੈਬਲਿਸ਼ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਜਿਹੜੀ ਚਿੱਠੀ ਲਿਖੀ ਸੀ, ਜਿਹੜੀ ਚਿੱਠੀ ਨੂੰ ਲੈ ਕੇ ਅਸੀਂ 24 ਅਕਤੂਬਰ ਦੇ ਲਾਗੇ ਚਾਗੇ ਲਿਖੀ ਸੀ, ਵੱਖ-ਵੱਖ ਸਾਰੇ ਆਗੂਆਂ ਕੋਲੇ ਗਏ ਆ। ਉਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਤੁਸੀਂ ਸਾਰਿਆਂ ਦੇ ਕੋਲੇ ਜਾਣਾ ਹੈ ਔਰ ਸਭ ਨੂੰ ਬੇਨਤੀ ਕਰਨੀ ਹੈ ਕਿ ਜਿਹਨੇ ਵੀ ਕੋਈ ਗਲਤੀ ਕੀਤੀ ਹੈ ਉਹ ਆਪਣੀ ਗਲਤੀ ਸੁਧਾਰੇ। ਜਿੱਥੋਂ ਤੱਕ ਧਾਮੀ ਸਾਹਿਬ ਹੋਰਾਂ ਦਾ ਸਵਾਲ ਹੈ, ਜਦੋਂ ਅਸੀਂ ਉਹਨਾਂ ਦੇ ਕੋਲੇ ਗਏ ਸੀ, ਅਸੀਂ 2 ਬੇਨਤੀਆਂ ਉਹਨਾਂ ਨੂੰ ਕੀਤੀਆਂ ਸੀ। ਇੱਕ ਤਾਂ 328 ਸਰੂਪਾਂ ਦੇ ਮਾਮਲੇ ਦੇ ਉੱਤੇ ਤੁਸੀਂ ਬਿਲਕੁਲ ਸਾਫ਼ ਸੁਥਰੀ ਜਿਹੜੀ ਰਿਪੋਰਟ ਈਸ਼ਰ ਸਿੰਘ ਸ਼ਾਇਦ ਨਾਂ ਉਹਨਾਂ ਦਾ ਜਿਨ੍ਹਾਂ ਨੇ ਉਹ ਬਣਾਈ ਸੀ, ਔਰ ਉਸ ਤੋਂ ਪਹਿਲਾਂ ਦੀਆਂ ਜਿੰਨੀਆਂ ਵੀ ਘਟਨਾਵਾਂ ਹੈਗੀਆਂ ਤੁਸੀਂ ਉਹਨੂੰ ਬਿਲਕੁਲ ਕ੍ਰਿਸਟਲ ਕਲੀਅਰ ਕਰੋ, ਔਰ ਜਿਹੜੀਆਂ ਧਿਰਾਂ ਇਸ ਗੱਲ ਤੇ ਇਤਰਾਜ਼ ਜਤਾਉਂਦੀਆਂ ਉਹਨਾਂ ਦੇ ਨਾਲ ਬੈਠ ਕੇ ਉਹਨੂੰ ਖਤਮ ਕਰੋ। ਔਰ ਦੂਜੀ ਬੇਨਤੀ ਉਹਨਾਂ ਨੂੰ ਇਹ ਕੀਤੀ ਸੀ ਕਿ 7 ਜਨਵਰੀ ਤੋਂ ਇੱਕ ਮੋਰਚਾ, ਕੌਮੀ ਇਨਸਾਫ ਮੋਰਚਾ ਲੱਗੇਗਾ। ਤੁਸੀਂ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਧਾਨ ਹੋ, ਉਹਦੇ ਵਿੱਚ ਸਾਡੀ ਹੈਲਪ ਕਰੋ। ਇਹ 2 ਬੇਨਤੀਆਂ ਉਹਨਾਂ ਕੋਲੇ ਲੈ ਕੇ ਗਏ ਸੀ। ਜਦੋਂ ਉਹ ਇੱਥੇ ਆਏ ਉਸ ਤੋਂ ਇੱਕ ਦਿਨ ਪਹਿਲਾਂ ਉਹ ਮੋਰਚੇ ਦੇ ਕਿਸੇ ਵੀ ਪ੍ਰਬੰਧਕ ਨਾਲ ਗੱਲ ਨਹੀਂ ਕਰਦੇ। ਉਹ ਤੁਸੀਂ ਮੋਰਚੇ ਤੋਂ ਇਨਵਾਈਟ ਕੀਤਾ ਸੀ ਉਹਨਾਂ ਨੇ? ਮੋਰਚੇ ਤੋਂ ਮੈਂ ਸਟੇਜ ਤੋਂ ਇਹ ਬੋਲਿਆ ਸੀ, ਉਸ ਨੂੰ ਧਿਆਨ ਨਾਲ ਸੁਣਿਓ। ਉਹ ਵੀਡੀਓ ਲੋਕ ਅਧਿਕਾਰ ਲਹਿਰ ਦੇ ਪੇਜ ਦੇ ਉੱਤੇ ਅੱਜ ਵੀ ਹੈ। ਮੈਂ ਕਿਹਾ ਸੀ ਕਿ ਤੁਸੀਂ ਸਾਈਨ ਕਰਵਾ ਰਹੇ ਹੋ, ਇੱਕ ਮੁਹਿੰਮ ਚਲਾ ਰਹੇ ਹੋ, ਉਹੀ ਕੰਮ ਅਸੀਂ ਕਰ ਰਹੇ ਹਾਂ, ਪਰ ਇਹ ਕੰਮ ਜਿਹੜਾ ਉਹ ਦੂਰ ਦੂਰ ਰਹਿ ਕੇ ਨਾ ਕਰੋ। ਤੁਸੀਂ ਇੱਥੇ ਆਓ, ਟੇਬਲ ਵੀ ਇੱਥੇ ਲਾਓ, ਪਰ 328 ਸਰੂਪਾਂ ਦੇ ਮਾਮਲੇ ਦੇ ਉੱਤੇ ਸੰਗਤਾਂ ਦੇ ਸ਼ੰਕੇ ਨਿਵਰਤ ਕਰਕੇ ਆਓ। ਇਹ ਲਾਈਨ ਉਹ ਕੱਟ ਦਿੰਦੇ ਆ, ਠੀਕ ਹੈ। ਔਰ ਪਹਿਲੀਆਂ 2 ਲਾਈਨਾਂ ਚਲਾ ਕੇ ਤੇ ਨਾਲ ਇਹ ਲਿਖਦੇ ਆ ਕਿ ਕਾਮਰੇਡ ਆਪਦੀ ਗੱਲ ਤੋਂ ਮੁੱਕਰ ਗਿਆ। ਸੋ ਅੱਜ ਤੱਕ ਮੈਂ ਕਦੇ ਕਾਮਰੇਡਾਂ ਦੀ ਕੋਈ ਮੈਂਬਰਸ਼ਿਪ ਨਹੀਂ ਲਈ। ਮੈਂ ਕੋਈ ਲੈਨਨ ਜਾਂ ਮਾਰਕਸਵਾਦ ਦੀ ਕਿਤਾਬ ਨਹੀਂ ਪੜ੍ਹੀ। ਚਲੋ ਜਦੋਂ ਹਿਸਟਰੀ 'ਚ ਪੜ੍ਹਦੇ ਸੀਗੇ 10ਵੀਂ 'ਚ ਜਾਂ ਹੋਰ ਕਲਾਸਾਂ 'ਚ, ਉਸ ਵੇਲੇ ਕੋਈ ਕਿਤਾਬ ਪੜ੍ਹ ਲਈ ਹੋਵੇ ਤਾਂ ਕੁਝ ਕਹਿ ਨਹੀਂ, ਲੇਖ ਪੜ੍ਹ ਲਿਆ ਹੋਵੇ ਤਾਂ। ਸੋ ਇਸ ਤਰ੍ਹਾਂ ਦਾ ਕੋਈ ਕਾਮਰੇਡ, ਮਤਲਬ ਕਾਮਰੇਡ ਜਿਹੜੇ ਹੈਗੇ ਆ ਕੋਈ ਕਰਹਿਤ ਆ ਉਹਨਾਂ ਤੋਂ? ਉਹ ਵੀ ਤਾਂ ਲੋਕਾਂ ਦੇ ਹੱਕਾਂ ਦੀ ਲੜਾਈ ਲੜਦੇ। ਚਲੋ ਮੈਂ ਇੱਕ ਬ੍ਰੇਕ ਲੈ ਰਿਹਾ। ਧੰਨਵਾਦ। ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਹੇ ਹਾਂ। ਬਲਵਿੰਦਰ ਸਿੰਘ ਹਰਾਂ ਤੋਂ ਬਹੁਤ ਸਾਰੇ ਸਵਾਲ ਅਸੀਂ ਲੈਣੇ ਆ, ਉਹਨਾਂ ਦੇ ਜਵਾਬ ਇਹ ਕੀ ਦਿੰਦੇ ਆ ਉਹ ਤੁਸੀਂ ਦੇਖਣਾ। ਵਾਪਸ ਆ ਰਹੇ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਬਲਵਿੰਦਰ ਸਿੰਘ ਜੀ, ਜਦੋਂ ਧਾਮੀ ਸਾਹਿਬ ਦੇ ਅਟੈਕ ਦਾ ਜ਼ਿਕਰ ਹੁੰਦਾ ਉਦੋਂ ਇਉਂ ਲੱਗਦਾ ਕਿ ਤੁਸੀਂ ਆਪਣੇ ਮੋਰਚੇ ਨੂੰ ਆਪ ਹੀ ਟਰੈਕ ਤੋਂ ਲਾ ਲਿਆ। ਦੇਖੋ, ਉਹਦੇ 'ਚ ਮੈਂ ਥੋੜ੍ਹਾ ਜਿਹਾ ਹੋਰ ਸਪਸ਼ਟ ਕਰਨ ਦਿਓ। ਉਹਨਾਂ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ, ਉਹ ਕਿਸੇ ਤੀਸਰੇ ਬੰਦੇ ਰਾਹੀਂ, ਮਤਲਬ ਸੁਨੇਹਾ ਲੱਗਦਾ ਸਾਨੂੰ, ਮੈਨੂੰ ਕੋਈ ਤੀਜਾ ਬੰਦਾ ਦੱਸ ਰਿਹਾ ਕਿ ਉਹ ਮੋਰਚੇ ਤੇ ਕੱਲ੍ਹ ਨੂੰ ਆ ਰਹੇ ਆ। ਮੈਂ ਉਹਨਾਂ ਨੂੰ ਪੁੱਛਦਾ ਕਿ ਤੁਹਾਡੇ ਨਾਲ ਕਿਹਨੇ ਗੱਲ ਕੀਤੀ ਹੈ? ਉਹ ਕਹਿੰਦੇ ਵੀ ਪਰਮਜੀਤ ਸਿੰਘ ਹੋਰਾਂ ਨੇ ਗੱਲ ਕੀਤੀ ਹੈ, ਜਿਹੜੇ ਕਿ SGPC ਦੇ ਮੈਂਬਰ ਹੈ। ਮੈਂ ਉਹਦੇ ਰਾਹੀਂ ਕਹਿਣਾ ਹੈ ਵੀ ਤੁਸੀਂ ਉਹਨਾਂ ਨੂੰ ਕਹੋ ਵੀ ਉਹ 328 ਸਰੂਪਾਂ ਦਾ ਮਾਮਲਾ ਹੱਲ ਕਰਕੇ ਆਉਣ, ਬਾਕੀ ਅਸੀਂ ਤਾਲਮੇਲ ਕਮੇਟੀ 'ਚ ਵਿਚਾਰ ਕਰ ਲੈਂਦੇ ਹਾਂ, ਅਸੀਂ ਦੱਸਦੇ ਹਾਂ। ਰਾਤ ਨੂੰ ਮੀਟਿੰਗ ਬੁਲਾਈ ਜਾਂਦੀ ਹੈ ਤਾਲਮੇਲ ਕਮੇਟੀ ਦੀ। ਇਹ ਗੱਲ ਮੈਨੂੰ ਤਕਰੀਬਨ 6 ਵਜੇ ਪਤਾ ਲੱਗਦਾ ਹੈ। 7 ਵਜੇ ਮੀਟਿੰਗ ਹੁੰਦੀ ਹੈ। 7:30 ਵਜੇ ਅਸੀਂ ਇਹਨਾਂ ਨੂੰ ਉਸੇ ਬੰਦੇ ਰਾਹੀਂ, ਜਿਹੜੇ ਰਾਹੀਂ ਸੁਨਾਹ ਹੈ, ਅਸੀਂ ਉਹਨੂੰ ਬੇਨਤੀ ਕਰਦੇ ਹਾਂ ਵੀ ਅਜੇ ਨਾ ਆਓ, ਉਦੋਂ ਪਹਿਲਾਂ ਜਿਨ੍ਹਾਂ ਧਿਰਾਂ ਦਾ ਇਤਰਾਜ਼ ਆ ਉਹ ਆਪਾਂ ਦੂਰ ਕਰੀਏ। ਮੋਰਚਾ ਤਾਂ ਲੰਬਾ ਸਮਾਂ ਚੱਲਣਾ ਨਾ। ਫਿਰ ਗੁਰਦੀਪ ਸਿੰਘ ਬਠਿੰਡਾ, ਜਿਹੜੇ ਕਿ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਹੈ, ਉਹਨਾਂ ਦੇ ਰਾਹੀਂ ਸਿੱਧਾ ਪਰਮਜੀਤ ਸਿੰਘ ਨੂੰ ਫੋਨ ਕਰਾਇਆ। ਉਸ ਤੋਂ ਬਾਅਦ ਕਨਫਰਮ ਕੀਤਾ ਕਿ ਉਹ ਨਹੀਂ ਆ ਰਹੇ। ਅਗਲੇ ਦਿਨ ਇਹ ਸਾਰਾ ਕੁਝ ਹੋਣ ਤੋਂ ਬਾਅਦ ਦੁਬਾਰਾ ਫਿਰ ਮੇਰੇ ਸਾਹਮਣੇ ਗੁਰਦੀਪ ਸਿੰਘ ਬਠਿੰਡਾ ਨੇ ਟੈਲੀਫੋਨ ਕੀਤਾ। ਉਹ ਕਹਿੰਦੇ ਜੀ ਮੈਂ ਤਾਂ ਮਨਾ ਕਰ ਦਿੱਤਾ ਸੀ ਇਹਨਾਂ ਨੂੰ ਆਉਣ ਤੋਂ, ਉਦੋਂ ਅੱਗੇ ਆ ਜਾਈਏ। ਉਹ ਮੋਰਚੇ ਤੇ ਆ ਗਏ। ਫਿਰ ਵੀ ਉਹਨਾਂ ਦਾ ਸਵਾਗਤ ਕੀਤਾ ਗਿਆ, ਉਹਨਾਂ ਨੂੰ ਬਿਠਾਇਆ ਗਿਆ, ਉਹਨਾਂ ਨੂੰ ਬੁਲਾਇਆ ਗਿਆ। ਉਹਨਾਂ ਨੇ ਸਟੇਜ ਤੋਂ ਗੋਲ-ਮੋਲ ਗੱਲਾਂ ਕੀਤੀਆਂ। ਹਾਲਾਂਕਿ ਉਸ ਤੋਂ ਪਹਿਲਾਂ ਸਰਦਾਰ ਪਾਲ ਸਿੰਘ ਫਰਾਂਸ ਨੇ, ਜਿਨ੍ਹਾਂ ਨੇ ਪੱਗ ਦੇ ਮੁੱਦੇ ਦੀ ਲੜਾਈ ਲੜੀ ਹੈ, ਉਹਨਾਂ ਨੇ ਸਪਸ਼ਟ ਕਿਹਾ ਸੀ ਕਿ 10 ਲੱਖ ਲੋਕਾਂ ਨੇ ਜਥੇਦਾਰ ਚੁਣਿਆ ਜਗਤਾਰ ਸਿੰਘ ਹਵਾਰਾ ਨੂੰ। ਕੀ ਤੁਸੀਂ ਉਹਨਾਂ ਨੂੰ ਜਥੇਦਾਰ ਮੰਨਦੇ ਆ? ਪਰ ਇਹਦੇ ਉੱਤੇ ਉਹਨਾਂ ਨੇ ਕਿਹਾ ਕਿ ਆਪਾਂ ਬੈਠ ਕੇ ਵਿਚਾਰ ਕਰਾਂਗੇ। ਇਹੀ ਤਾਂ ਮੈਂ ਸਵਾਲ ਕਰ ਰਿਹਾ ਨਾ ਸਰ। 2 ਚੀਜ਼ਾਂ ਤੁਸੀਂ ਕਰ ਰਹੇ ਹੋ। ਤੁਸੀਂ SGPC ਦਾ ਬਦਲ ਬਣਨਾ ਚਾਹੁੰਦੇ ਹੋ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਹੈ ਉਹਨਾਂ ਦੀ ਜਗ੍ਹਾ ਤੁਸੀਂ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਦੇਖਣਾ ਚਾਹੁੰਦੇ ਹੋ। ਦੇਖੋ, ਸਵਾਲ ਇਹ ਹੈ, ਬਦਲ ਨਹੀਂ ਬਣਨਾ ਚਾਹੁੰਦੇ। ਅਸੀਂ ਇਹ ਚਾਹੁੰਦੇ ਹਾਂ ਕਿ ਪੰਥ ਕੀ ਚਾਹੁੰਦਾ ਹੈ।
ਅਸੀਂ ਇਹ ਚਾਹੁੰਦੇ ਹਾਂ ਕਿ ਇਨਸਾਫ ਕੀ ਚਾਹੁੰਦਾ ਹੈ, ਅਸੀਂ ਇਹ ਚਾਹੁੰਦੇ ਹਾਂ ਕਿ ਸੱਚ ਕੀ ਚਾਹੁੰਦਾ ਹੈ, ਲਿਆਕਤ ਕੀ ਚਾਹੁੰਦੀ ਹੈ। ਸਵਾਲ ਇਹ ਹੈ ਨਹੀਂ, ਪੰਥ ਕੀ ਚਾਹੁੰਦਾ ਸੀਗਾ ਕਿ ਮਿਸਟਰ ਧਾਮੀ ਹੁਣ ਤੇ ਅਟੈਕ ਕਰ ਦੋ ਉਹਨਾਂ ਤੇ? ਬਿਲਕੁਲ ਨਹੀਂ, ਅਟੈਕ ਕੀਤਾ ਹੀ ਨਹੀਂ ਗਿਆ। ਉੱਥੋਂ ਉਹਨਾਂ ਨੇ ਆਪਣੀ ਗੱਲ ਕੀਤੀ ਸਟੇਜ ਤੋਂ, ਸਾਰਿਆਂ ਨੇ ਉਸ ਨੂੰ ਦੇਖਿਆ ਲਾਈਵ। ਗੱਡੀ ਕਿਹਨੇ ਤੋੜੀ ਹੈ? ਦੇਖੋ ਗੱਡੀ ਉਹਨਾਂ ਨੇ ਖੁਦ ਤੜਵਾਈ ਹੈ। ਖੁਦ ਤੜਵਾਈ? ਬਿਲਕੁਲ। ਉਹ ਤੁਸੀਂ ਬੰਦੇ ਨਿਸ਼ਾਨਦੇਹੀ ਕਰ ਲਈ ਉਹਨਾਂ ਦੀ? ਕਿਹੜੇ ਉਹਨਾਂ ਬੰਦਿਆਂ ਦੀ ਨਿਸ਼ਾਨਦੇਹੀ ਵੀ ਕੀਤੀ ਗਈ। ਉਹਨਾਂ ਬੰਦਿਆਂ ਨੂੰ ਜਿਹੜਾ ਹੈਗਾ 4 ਦਿਨ ਲਈ ਮੋਰਚੇ ਤੋਂ ਬਾਹਰ ਵੀ ਕੀਤਾ ਗਿਆ, 1 ਹਫ਼ਤੇ ਲਈ। ਉਹ ਬੰਦੇ ਦੁਬਾਰਾ ਫਿਰ ਜਿਹੜਾ ਹੈਗਾ ਉਹ 26 ਤਰੀਕ ਨੂੰ ਇਸ ਪ੍ਰੋਗਰਾਮ 'ਚ ਸ਼ਾਮਲ ਹੋਏ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ਬਾਹਰ ਨਹੀਂ ਦੱਸੀਆਂ, ਉੱਥੇ ਸਾਰੇ ਲੋਕ ਜਾਣਦੇ ਆ ਕਿ ਉਹ ਬੰਦੇ ਜਿਹੜੇ ਸੀਗੇ। ਦੇਖੋ ਇਹ ਗੱਡੀ 'ਚ ਬੈਠ ਗਏ ਸੀ, ਇਹ ਗੱਡੀ 'ਚੋਂ ਦੁਬਾਰਾ ਫਿਰ ਨਿਕਲੇ, ਇਹਨਾਂ ਦੇ ਨਾਲ ਇਹਨਾਂ ਦਾ ਗਨਮੈਨ ਸੀ ਜਾਂ ਇਹਨਾਂ ਦਾ। ਮੈਨੂੰ ਇੱਕ ਚੀਜ਼ ਸਮਝਾਓ ਬਲਵਿੰਦਰ ਸਿੰਘ ਜੀ, ਉਹਨਾਂ ਨੇ ਆਪ ਹਮਲਾ ਕਰਵਾਇਆ ਤੁਸੀਂ ਇਹ ਕਹਿ ਰਹੇ ਹੋ, ਉਸ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਅਸੀਂ ਮੋਰਚੇ ਤੋਂ ਬੰਦੇ ਬਾਹਰ ਰੱਖੇ ਹਫ਼ਤੇ ਲਈ, ਫਿਰ ਉਹ ਤੁਹਾਡੇ ਮੋਰਚੇ ਵਿੱਚ 26 ਜਨਵਰੀ ਨੂੰ ਸ਼ਾਮਲ ਹੁੰਦੇ। ਆਪ ਹਮਲਾ ਕਿਵੇਂ ਕਰਵਾਇਆ ਇਹ ਵੀ ਸੁਣੋ ਨਾ। ਹਾਂ। ਕਿ ਇਹਨਾਂ ਨੂੰ ਜਦੋਂ ਸਵਾਲ ਕੀਤੇ ਗਏ, ਪਹਿਲੀ ਗੱਲ ਤਾਂ ਅਮਰ ਸਿੰਘ ਚਾਹਲ ਜਿਹੜੇ ਕਿ ਐਡਵੋਕੇਟ ਨੇ ਉਹਨਾਂ ਦੇ ਆਪਣੇ ਜਗਤਾਰ ਸਿੰਘ ਹਵਾਰਾ ਦੇ, ਉਹ ਸਟੇਜ ਤੇ ਬੋਲ ਰਹੇ ਸੀ। ਹੁਣ ਆਪਾਂ ਆਏ ਆ KP ਸਿੰਘ ਜੀ, ਆਪਾਂ ਇੱਕ ਤਾਂ ਚੋਭ ਲਾ ਰਹੇ ਹਾਂ, ਇੱਕ ਜਿਹੜੇ ਪਰਿਵਾਰ ਦੇ ਮੈਂਬਰਾਂ ਨੇ ਉਹ ਸਾਰਾ ਪ੍ਰਬੰਧ ਕੀਤਾ ਹੋਇਆ, ਤੁਹਾਡੇ ਲਈ ਮਾਈਕ ਲਾਇਆ, ਤੁਹਾਨੂੰ ਸਟੇਜ ਪ੍ਰੋਵਾਈਡ ਕਰਵਾਈ ਹੈ, ਤੁਸੀਂ ਉਹਨਾਂ ਦੀ ਗੱਲ ਹੀ ਨਹੀਂ ਸੁਣ ਕੇ ਜਾ ਰਹੇ। ਤੁਸੀਂ 25-30 ਬੰਦਿਆਂ ਨੂੰ ਲੈ ਕੇ ਆਪਦੇ ਨਾਲ ਆਪਦੀ ਗਾਰਡ ਆਪਦੇ ਗਨਮੈਨ ਲੈ ਕੇ ਉੱਥੇ ਆਉਂਦੇ ਹੋ। ਉਸ ਮੋਰਚੇ ਦੇ ਪ੍ਰਬੰਧਕਾਂ ਦੇ ਮਨਾ ਕਰਨ ਦੀ ਬੇਨਤੀ ਦੇ ਬਾਵਜੂਦ ਆਉਂਦੇ ਹੋ। ਫਿਰ ਤੁਸੀਂ ਆਪਦੀ ਗੱਲ ਕਹਿ ਕੇ ਜ਼ਖਮਾਂ ਤੇ ਲੂਣ ਛਿੜਕ ਕੇ ਉੱਥੋਂ ਅਮਰ ਸਿੰਘ ਚਾਹਲ ਦੇ ਇੱਕ ਪ੍ਰਬੰਧਕ ਦੇ ਬੋਲਦਿਆਂ ਹੁੰਦਿਆਂ ਉੱਥੋਂ ਉੱਠ ਕੇ ਚਲੇ ਜਾਂਦੇ ਹੋ। ਬਾਪੂ ਜੀ ਨੇ ਕਿਹਾ ਕਿ ਅਸੀਂ ਤੁਹਾਨੂੰ ਖੁਦ ਛੱਡ ਕੇ ਆਵਾਂਗੇ। ਦੇਖੋ ਮੋਰਚਾ ਸਭ ਦਾ ਸਾਂਝਾ ਹੈ, ਮੋਰਚੇ 'ਚ ਬਹੁਤ ਜਥੇਬੰਦੀਆਂ। ਮੈਂ ਇੱਕ ਸਵਾਲ ਕਰਨਾ? ਬਿਲਕੁਲ ਕਰੋ। ਤੁਸੀਂ ਮਿਸਟਰ ਧਾਮੀ ਨੂੰ ਪੰਥ ਦਾ ਹਿੱਸਾ ਮੰਨਦੇ ਹੋ? ਬਿਲਕੁਲ ਮੰਨਦੇ ਹਾਂ। ਸੰਗਤ ਦਾ ਹਿੱਸਾ ਮੰਨਦੇ ਹੋ? ਬਿਲਕੁਲ ਮੰਨਦੇ ਹਾਂ। ਮਿਸਟਰ ਹਵਾਰਾ ਨੇ ਇਹ ਗੱਲ ਕਹੀ ਹੈ ਨਾ ਕਿ ਸੰਗਤ ਨੂੰ ਇਕੱਠਾ ਕਰੋ, ਤੁਸੀਂ ਤਾਂ ਉਹਨਾਂ ਨੂੰ ਨਕਾਰਤਾ। ਮੈਂ ਤੁਹਾਨੂੰ ਜਵਾਬ ਦਿਆਂ, ਪਰਿਵਾਰ ਦਾ ਇੱਕ ਬੰਦਾ ਗਲਤੀ ਕਰਦਾ ਹੈ, ਠੀਕ ਹੈ, ਆਪਾਂ ਫਿਰ ਗਲਵੱਕੜੀ ਪਾਉਣੀ ਆ, ਉਹ ਟੁੱਟ ਜਾਂਦਾ ਹੈ ਪਰਿਵਾਰ ਨਾਲੋਂ, ਲੜਾਈ ਹੋ ਜਾਂਦੀ ਹੈ, ਗੁੱਸੇ ਹੋ ਜਾਂਦਾ, ਇੱਕ ਦਾ ਮੂੰਹ ਇੱਧਰ ਹੈ ਇੱਕ ਦਾ ਇੱਧਰ ਹੈ, ਆਪਾਂ ਗਲਵੱਕੜੀ ਪਾਉਣੀ ਹੈ ਜਿਹੜੀ ਚੀਜ਼ ਜਥੇਦਾਰ ਹਵਾਰਾ ਚਾਹ ਰਹੇ ਹੈ। ਹੁਣ ਜਿਹਨੇ ਗਲਤੀ ਕੀਤੀ ਹੈ, ਜਿਹਦੇ ਕੋਲੇ ਅਹੁਦਾ ਹੈਗਾ ਉਹਨੂੰ ਸੁਧਾਰਨ ਦਾ, ਪਹਿਲਾਂ ਤਾਂ ਉਹ ਗਲਤੀ ਦਾ ਅਹਿਸਾਸ ਕਰੇ ਦਿਲ ਤੋਂ, ਫਿਰ ਪਰਿਵਾਰ ਦੇ ਮੁਖੀ ਤੋਂ ਮਾਫੀ ਮੰਗੇ। ਮੁਖੀ ਕੌਣ ਹੈ? ਸੰਗਤ। ਉਸ ਤੋਂ ਬਾਅਦ ਉਹ ਗਲਤੀ ਨੂੰ ਸੁਧਾਰੇ। ਗਲਵੱਕੜੀਆਂ ਫੇਰ ਪੈਂਦੀਆਂ ਹੁੰਦੀਆਂ। ਉਹ ਨੈਰੇਟਿਵ ਸਿਰਜਣ ਆਏ ਸੀ ਇੱਥੇ ਕਿ ਇਹ ਮੋਰਚਾ ਬਾਦਲਾਂ ਨਾਲ ਰਲ ਮਿਲ ਕੇ ਲੱਗਿਆ ਹੋਇਆ ਹੈ। ਉਹਨਾਂ ਦੀ ਸਟੇਜ ਤੇ ਵੀਡੀਓ ਸੁਣੋ, ਆਪਾਂ ਇਕੱਠੇ ਚੱਲਾਂਗੇ, ਆਪਾਂ ਰਾਜਪਾਲ ਨੂੰ ਮਿਲਾਂਗੇ। ਕਾਹਦੇ ਲਈ ਮਿਲਾਂਗੇ ਰਾਜਪਾਲ ਨੂੰ? ਕਿ ਬੰਦੀ ਸਿੰਘਾਂ ਨੂੰ ਰਿਹਾ ਕਰੋ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜੇਬ 'ਚੋਂ ਤੁਸੀਂ ਨਿਕਲੇ ਹੋ। ਸੁਖਬੀਰ ਸਿੰਘ ਬਾਦਲ ਨੇ ਦਿਨ ਰਾਤ ਇੱਕ ਕਰਕੇ ਤੁਹਾਨੂੰ ਬਣਾਇਆ ਹੈ, ਉਹਨਾਂ ਦੀ ਤੁਸੀਂ ਉਹਨਾਂ ਦੇ ਪਾਪ ਧੋ ਰਹੇ ਹੋ। ਤੁਸੀਂ ਲੋਹੇ ਦੀ ਕਿਸ਼ਤੀ ਤੇ ਤਰਨਾ ਚਾਹੁੰਦੇ ਹੋ। ਕੁੱਲ ਮਿਲਾ ਕੇ ਤੁਸੀਂ ਇੱਕ ਗੱਲ ਕਹਿ ਰਹੇ ਹੋ ਬਲਵਿੰਦਰ ਸਿੰਘ, ਬਾਰ-ਬਾਰ ਮੈਂ ਤੁਹਾਡੀਆਂ ਸਾਰੇ ਸੰਬੋਧਨ ਵੀ ਸੁਣਦਾ ਰਹਿੰਦਾ, ਤੁਸੀਂ ਇਹ ਹਮੇਸ਼ਾ ਇਹ ਗੱਲ ਕਹਿੰਦੇ ਹੋ ਕਿ ਜਗਤਾਰ ਸਿੰਘ ਹਵਾਰਾ ਨੇ ਇਹ ਕਿਹਾ ਕਿ ਪੰਥ ਇਕੱਠਾ ਕਰੋ, ਸੰਗਤ ਇਕੱਠੀ ਹੋਣੀ ਚਾਹੀਦੀ ਹੈ, ਮੋਰਚੇ ਵੱਖ-ਵੱਖ ਨਹੀਂ ਲੱਗਣੇ ਚਾਹੀਦੇ। ਉਸ ਤੋਂ ਬਾਅਦ ਹੁਣ 15 ਮਿੰਟ ਆਪਾਂ ਨੂੰ ਗੱਲ ਕਰਦੇ ਨੂੰ ਹੋ ਗਿਆ, ਤੁਹਾਡੇ ਦੀਆਂ 4 ਮੰਗਾਂ ਉਹਨਾਂ ਜ਼ਿਕਰ ਹੀ ਨਹੀਂ ਹੋ ਰਿਹਾ। ਬਾਦਲ ਦਲ, ਸਿਆਸਤ, ਆਹੀ ਜ਼ਿਕਰ ਨਹੀਂ। ਤੁਸੀਂ ਜ਼ਿਕਰ ਕਰਨ ਦਾ ਮੌਕਾ ਹੀ ਨਹੀਂ ਦੇ ਰਹੇ। ਤੁਸੀਂ ਧਾਮੀ ਹੋਰਾਂ ਤੋਂ ਅੱਗੇ ਨਹੀਂ ਵਧਣਾ ਚਾਹੁੰਦੇ। ਤੁਸੀਂ ਪੰਥ ਹੀ ਉਹਨਾਂ ਨੂੰ ਮੰਨ ਲਿਆ। ਪੰਥ ਮੈਂ ਨਹੀਂ ਮੰਨ ਰਿਹਾ। ਪੰਥ ਤਾਂ ਉਹ ਹੈ ਜਿਹੜਾ 1 ਲੱਖ ਲੋਕ ਕਹਿ ਰਹੇ ਹੋ ਕਿ ਸੰਗਤ ਇਕੱਠੀ ਕਰਨ ਲਈ ਕਿਹਾ ਹਵਾਰਾ ਸਾਹਿਬ। ਬਿਲਕੁਲ, ਸੰਗਤ ਇਕੱਠੀ ਕਰਨ ਲਈ ਆਗੂ ਇਕੱਠੇ। ਦੇਖੋ 2 ਹੱਲ ਸੀ। ਇੱਕ ਤਾਂ ਇਹ ਸੀ ਕਿ ਆਗੂ ਇਕੱਠੇ ਹੋਣ, ਕੌਮ ਮਜ਼ਬੂਤ ਹੋਏਗੀ। ਹੁਣ ਆਗੂ ਇਕੱਠੇ ਨਹੀਂ ਹੁੰਦੇ ਤਾਂ ਫਿਰ ਕੀ ਕਰਨਾ ਹੈ? ਫਿਰ ਸੰਗਤ ਇਕੱਠੀ ਹੋਵੇ। ਸੰਗਤ ਨੂੰ ਆਵਾਜ਼ ਕਿਹਨੇ ਮਾਰੀ ਹੈ? ਜਥੇਦਾਰ ਜਗਤਾਰ ਸਿੰਘ ਹਵਾਰਾ ਨੇ। ਹੁਕਮ ਕੀ ਹੈ? ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ 'ਚ ਅੱਗੇ ਵਧਣਾ ਹੈ ਔਰ ਤਾਲਮੇਲ ਕਮੇਟੀ ਬਣਾ ਕੇ ਵਧਣਾ ਹੈ। ਵਿਅਕਤੀ ਵਿਸ਼ੇਸ਼ ਨੂੰ ਅੱਗੇ ਨਹੀਂ ਲੱਗਣ ਦੇਣਾ। ਤੁਸੀਂ ਹੈਰਾਨ ਹੋਵੋਗੇ, ਸਾਡੇ 'ਚੋਂ ਕੋਈ ਬੰਦਾ ਵੀ ਅਜਿਹਾ ਨਹੀਂ ਜਿਹਦੇ ਨਾਲ ਮਤਲਬ ਇਸ ਮੋਰਚੇ ਤੋਂ ਬਾਹਰ ਜਾ ਕੇ 200-400 ਬੰਦਾ ਵੀ ਹੋਵੇ। ਕੋਈ ਬੰਦਾ ਅਜਿਹਾ ਨਹੀਂ। ਅਸੀਂ ਬਿਲਕੁਲ ਸਧਾਰਨ ਬੰਦੇ ਹਾਂ। ਜਿਹੜੀਆਂ ਤੁਹਾਡੀਆਂ 4 ਮੰਗਾਂ ਹੈਗੀਆਂ, ਉਹ 4 ਮੰਗਾਂ ਕਿਹੜੀ ਸਰਕਾਰ ਤੋਂ ਤੁਸੀਂ ਹੱਲ ਕਰਵਾਉਣੀਆਂ? ਦੇਖੋ ਸਵਾਲ ਇਹ ਹੈ, ਇੱਕ ਮੈਂ ਬਿਲਕੁਲ ਸਪਸ਼ਟ ਕਰ ਦਿਆਂ ਕਿ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨ ਲਈ, ਇਹਨਾਂ 4 ਮੰਗਾਂ ਨੂੰ ਧੁੰਦਲਾ ਕਰਨ ਲਈ ਸਾਰੀਆਂ ਪੋਲੀਟੀਕਲ ਪਾਰਟੀਆਂ ਇੱਕ ਹੈ।
ਇਹਦੇ ਵਿੱਚ ਅਕਾਲੀ ਦਲ, ਭਾਜਪਾ, ਇਹਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ, ਇਹਨਾਂ ਨੇ ਕਦੇ ਵੀ ਇਹ ਮਸਲਾ ਹੱਲ ਨਹੀਂ ਕੀਤਾ। ਪਹਿਲਾਂ ਵੀ ਮੋਰਚੇ ਲੱਗੇ, ਪਰ ਕਿਸੇ ਵੀ ਮੋਰਚੇ ਦੀਆਂ ਮੰਗਾਂ ਦੇ ਉੱਤੇ ਇਹਨਾਂ ਨੇ ਸਿਰੇ ਤੱਕ ਕੋਈ ਵੀ ਗੱਲ ਨਹੀਂ ਲੈ ਕੇ ਗਏ। 7 ਸਾਲ ਹੋ ਗਏ ਬੇਅਦਬੀ ਦਾ ਇਨਸਾਫ ਨਾ ਮਿਲੇ। ਕਿ ਫਾਸਟ, ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਸਰਬੱਤ ਦਾ ਭਲਾ ਲੋੜਦੇ ਆ, 1 ਜੂਨ 2015 ਤੋਂ ਲੈ ਕੇ ਅੱਜ ਤੱਕ 325 ਵਾਰ ਬੇਅਦਬੀਆਂ ਹੋ ਚੁੱਕੀਆਂ। ਸ਼੍ਰੀਮਾਨ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਲਈ ਦਰਬਾਰ ਸਾਹਿਬ ਜਿੱਥੇ ਚੱਪੇ ਚੱਪੇ ਤੇ ਸੇਵਾਦਾਰ ਖੜਾ, ਇੱਕ ਕਮਾਂਡੋ ਛਾਲ ਮਾਰਦਾ ਔਰ ਤਲਵਾਰ ਨੂੰ ਹੱਥ ਪਾ ਕੇ ਉੱਥੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ। ਇਹ ਸਧਾਰਨ ਗੱਲ ਹੈ? ਫਾਸਟ ਟਰੈਕ ਅਦਾਲਤਾਂ ਨਹੀਂ ਬਣ ਸਕਦੀਆਂ? ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨਹੀਂ ਫੜੀ ਜਾਂਦੀ? ਜਸਟਿਸ ਰਣਜੀਤ ਸਿੰਘ, ਦੇਖੋ ਇਹ ਲੋਕ ਸੰਵਿਧਾਨ ਨੂੰ ਪੈਰਾਂ 'ਚ ਰੋਲ ਰਹੇ ਆ। ਵਿਧਾਨ ਸਭਾ ਨੇ ਕਿਹੜੀ ਸਰਕਾਰ ਨਾਲ ਲੜਾਈ ਹੈ ਤੁਹਾਡੀ? ਮੈਂ ਤਾਂ ਸਿੱਧਾ ਪੁੱਛ ਰਿਹਾ ਨਾ। ਸਾਰਿਆਂ ਨਾਲ ਹੈ, ਸਾਰਿਆਂ ਨਾਲ ਹੈ। ਸਭ ਨੇ ਆਪਣੇ ਆਪਣੇ। ਤੁਹਾਡੀ ਆਪੋਜੀਸ਼ਨ ਪਤਾ ਕੀ ਆਂਦੀ ਹੈ ਕਿ ਤੁਸੀਂ ਕੇਂਦਰ ਨਾਲ ਰਲੇ ਹੋਏ ਹੋ। ਹਾਂ ਬਿਲਕੁਲ ਸਹੀ ਗੱਲ ਹੈ, ਠੀਕ ਕਹਿ ਰਹੇ ਆ। ਸਵਾਲ ਇਹ ਹੈ ਤੇ ਕੇਂਦਰ ਕੀ ਕਹਿ ਰਿਹਾ? ਅਸੀਂ ਪੰਜਾਬ ਸਰਕਾਰ ਨਾਲ ਰਲੇ ਹੋਏ ਹਾਂ। ਠੀਕ ਹੈ, ਬਾਦਲ ਕੇ ਕੀ ਕਹਿ ਰਹੇ ਆ? ਅਸੀਂ ਦੋਹਾਂ ਨਾਲ ਰਲੇ ਹੋਏ ਹਾਂ। ਇਹ ਇਸੇ ਤਰ੍ਹਾਂ ਹੀ ਤਾਂ ਖੇਡ ਖੇਡਦੇ ਆ। ਸਵਾਲ ਇਹ ਹੈ ਕਿ ਸਾਡਾ ਵਿਊ ਪੁਆਇੰਟ ਬਿਲਕੁਲ ਸਪਸ਼ਟ ਹੈ। ਜਿਹੜੀ ਸਰਕਾਰ, ਜਿਹੜੀ ਪੋਲੀਟੀਕਲ ਪਾਰਟੀ ਕਹਿੰਦੀ ਹੈ ਕਿ ਅਸੀਂ ਤੁਹਾਡੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ, ਉਹ ਆਪਦੇ ਹਿੱਸੇ ਦਾ ਕੰਮ ਕਰਕੇ ਸਾਡੇ ਨਾਲ ਸ਼ਾਮਲ ਹੋ ਜੇ। ਠੀਕ ਹੈ, ਮੋਰਚੇ 'ਚ ਬੈਠੇ 328 ਸਰੂਪਾਂ 'ਚ ਕਿਹੜੇ ਕਿਹੜੇ ਦੋਸ਼ੀ ਆ ਉਹ ਨੰਗੇ ਕੀਤੇ ਜਾਣ। ਗੁਰੂ ਸਾਹਿਬ ਜੀ ਦੇ ਜਿੰਨੇ ਅੰਗ ਵੱਧ ਛਾਪੇ ਗਏ, ਸਟੋਰ ਦੇ ਵਿੱਚੋਂ ਜਿੰਨੇ ਸਰੂਪ ਗਾਇਬ ਹੋਏ, ਉਹ ਕਿੱਥੇ ਗਏ? ਉਹਦੀ ਪੂਰੀ ਤਫਤੀਸ਼ ਕਿੰਨਾ ਬੰਦਿਆਂ ਦੇ ਕਹਿਣ ਤੇ ਗਏ? ਕੀ ਇਹਨਾਂ ਨੇ ਨਸ਼ਰ ਕੀਤੀ ਹੈ? ਵੈਬਸਾਈਟ ਤੇ ਕੀ ਪਾਇਆ ਇਹਨਾਂ ਨੇ? ਕੀ ਇੱਕ ਕੇਵਲ ਮੁਲਾਜ਼ਮ, ਜਿਹੜਾ ਛੋਟਾ ਮੁਲਾਜ਼ਮ ਤਨਖਾਹ ਲੈਂਦਾ ਹੈਗਾ ਔਰ ਉਹ ਆਪਣੇ ਤੋਂ ਮਤਲਬ ਇੱਕ ਪੋਸਟ ਉੱਪਰਲੇ ਆਕਾ ਦਾ ਹੁਕਮ ਮੰਨਣ ਲਈ ਪਾਬੰਦ ਹੈ, ਉਹ ਗਲਤੀ ਕਰ ਦੇਗਾ ਇਕੱਲਾ? 328 ਸਰੂਪ ਲਾਪਤਾ ਹੋ ਜਾਣਗੇ। ਚੀਜ਼ਾਂ ਤਾਂ ਗੁੰਮਦੀਆਂ ਦੇਖੀਆਂ ਸੀ, ਕਦੇ ਗੁਰੂ ਦੇ ਸਰੂਪ ਗੁੰਮਦੇ ਵੇਖੇ ਆ? ਚਲੋ ਇੱਕ ਹੋਰ ਮੈਨੂੰ ਵਕਫਾ ਲੈ ਲੈਣ ਦਿਓ। ਇੱਕ ਹੋਰ ਵਕਫਾ ਲੈ ਕੇ ਵਾਪਸ ਆ ਰਹੇ ਹਾਂ। ਬਲਵਿੰਦਰ ਸਿੰਘ ਹਰਾਂ ਤੋਂ ਹੋਰ ਸਵਾਲ ਲਵਾਂਗੇ। ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਬਲਵਿੰਦਰ ਸਿੰਘ ਜੀ, ਮੈਂ ਫਿਰ ਉਸੇ ਸਵਾਲ ਤੇ ਆ ਰਿਹਾ ਕਿ ਜੇ ਤੁਹਾਡੀਆਂ 4 ਮੁੱਖ ਮੰਗਾਂ ਹੈਗੀਆਂ, ਇਹ ਮੰਗਾਂ ਤੁਹਾਡੀਆਂ ਕਿਵੇਂ ਮੰਨੀਆਂ ਜਾਣਗੀਆਂ? ਜਿਹੜਾ ਤੁਸੀਂ ਬੇਅਦਬੀ ਦੇ ਮੁੱਦੇ ਦਾ ਜ਼ਿਕਰ ਕਰਦੇ ਹੋ ਵਾਰ-ਵਾਰ, ਤੁਸੀਂ ਆਪ ਹੀ ਕਹਿੰਦੇ ਹੋ ਕਿ ਮੋਰਚੇ ਜਿਹੜੇ ਅਲੱਗ-ਅਲੱਗ ਨਹੀਂ ਲੱਗਣੇ ਚਾਹੀਦੇ। ਜਿਹੜਾ ਬਾਈਬਲ ਕਲਾ ਮੋਰਚਾ ਲੱਗਿਆ ਹੋਇਆ, ਉਹ ਤੁਹਾਡੀ ਗੱਲ ਸੁਣਦੇ ਪਏ? ਗੱਲ ਸੁਣਦੇ ਆ, ਮੰਨਦੇ ਨਹੀਂ। ਗੱਲ ਸੁਣਦੇ ਆ, ਮੰਨਦੇ ਨਹੀਂ। ਤੇ ਜੇ 6 ਵਾਰ ਗਏ ਆ ਅਸੀਂ। ਅੱਛਾ, ਜੇ ਉਹ ਕਹਿੰਦਾ ਵੀ ਤੁਸੀਂ ਸਾਡੇ ਕੋਲ ਆ ਕੇ ਬਹਿ ਜਾਓ, ਫਿਰ ਅਸੀਂ ਗਏ ਆ, ਜਾਂਦੇ ਰਹੇ ਆ ਉਸ ਮੋਰਚੇ ਤੇ। ਜਿਸ ਦਿਨ ਇਹ ਮੋਰਚਾ ਸ਼ੁਰੂ ਹੋਇਆ ਸੀ ਬਾਈਬਲ ਕਲਾਂ ਵਾਲਾ, ਉਦੋਂ ਸਖਰਾਜ ਅਜੇ ਆਇਆ ਨਹੀਂ ਸੀ। ਬਾਪੂ ਜੀ ਹੁਰੀ ਤੇ ਅਸੀਂ ਅੰਮ੍ਰਿਤਸਰੋਂ ਪਹੁੰਚ ਗਏ ਸੀ। ਉੱਥੇ ਬਾਪੂ ਜੀ ਹੁਰੀ ਪਹਿਲਾਂ ਪਹੁੰਚ ਗਏ ਸੀ। ਉਹ ਸਖਰਾਜ ਨੂੰ ਫੋਨ ਕਰ ਰਹੇ ਆ, ਕਾਲ ਦਿੱਤੀ ਸੀ ਆਪਾਂ ਮਾਰਚ ਕਰਨਾ, ਪਰ ਉੱਥੇ ਧਰਨੇ ਤੇ ਬਹਿ ਗਏ। ਕਾਲ ਇਹ ਦਿੱਤੀ ਸੀ ਕਿ ਆਪਾਂ ਮਾਰਚ ਕੱਢਣਾ ਇਸ ਮੁੱਦੇ ਦੇ ਉੱਤੇ। ਠੀਕ ਹੈ, ਜਦੋਂ ਆਪਾਂ ਮੋਰਚਿਆਂ ਨੂੰ ਇਕੱਠੇ ਕਰਨਾ ਤਾਂ ਸਭ ਨੂੰ ਇਕੱਠੇ ਹੋਣਾ ਪਊ ਨਾ। ਸਰਾਭੇ ਵਾਲਿਆਂ ਨੇ ਆਪਣਾ ਮੋਰਚਾ ਸਮਾਪਤ ਕਰਕੇ ਉਹ ਕੌਮੀ ਇਨਸਾਫ ਮੋਰਚੇ 'ਚ ਸ਼ਾਮਲ ਹੋ ਗਏ। ਬਾਪੂ ਸੂਰਤ ਸਿੰਘ ਨੇ 8 ਸਾਲਾਂ ਤੋਂ ਰੱਖਿਆ ਮਰਮਤ ਜਿਹੜਾ ਹੈਗਾ ਉਹ ਤੋੜ ਦਿੱਤਾ ਔਰ ਉਹ ਤਰਲੋ ਮੱਛੀ ਹੋ ਰਿਹਾ। ਸਰਕਾਰ ਨੇ ਉਹਨਾਂ ਨੂੰ ਕੈਦ ਕੀਤਾ ਹੋਇਆ ਹੁਣ ਬਿਨਾਂ ਵਜ੍ਹਾ ਤੋਂ, ਉਹਦੇ ਤੇ ਵੀ ਹੁਣ ਪ੍ਰੋਟੈਸਟ ਹੋਣ ਜਾ ਰਿਹਾ ਹੈ। ਠੀਕ ਹੈ, ਇਸੇ ਤਰ੍ਹਾਂ ਭਾਈ ਵਡਾਲਾ ਸ਼ਾਮਲ ਹੋਏ। ਅਜੇ ਚਲੋ ਉਹਨਾਂ ਨੇ ਉੱਥੇ ਮੋਰਚਾ ਸਮਾਪਤ ਨਹੀਂ ਕੀਤਾ। ਸਵਾਲ ਇਹ ਹੈ ਕਿ ਸਭ ਨੂੰ ਚੱਲ ਕੇ ਹੀ ਆਉਣਾ ਪਊ ਨਾ। ਅੰਮ੍ਰਿਤਸਰ ਵਾਲਾ ਜਿਹੜਾ ਹੈਗਾ, ਸਰਾਬੇ ਵਾਲਾ ਜਿਹੜਾ ਹੈਗਾ, ਆਪਾਂ ਸਰਾਬੇ ਨੂੰ, ਅੰਮ੍ਰਿਤਸਰ ਨੂੰ ਤੇ ਬਾਈਬਲ ਨੂੰ ਤਾਂ ਇਕੱਠਾ ਨਹੀਂ ਨਾ ਕਰ ਸਕਦੇ। ਬੰਦੇ ਹੀ ਚੱਲ ਕੇ ਆਉਣਗੇ। ਤੁਸੀਂ ਇਹ ਚਾਹੁੰਦੇ ਆ ਕਿ ਸਾਰੇ ਤੁਹਾਡੇ ਕੋਲੇ ਆਉਣ, ਤੁਸੀਂ ਨਾ ਜਾਓ ਕਿਸੇ? ਦੇਖੋ, ਸਾਡੇ ਕੋਲੇ ਆਉਣ ਦਾ ਕੀ ਮਤਲਬ ਹੈ? ਸਾਡੇ 'ਚ ਤਾਂ ਕੋਈ ਅਹਿਮ ਹੀ ਨਹੀਂ ਹੈ। ਅਸੀਂ ਤਾਂ ਉਹਨਾਂ ਨੂੰ ਕਿਹਾ ਸੀ ਤੁਸੀਂ ਮੂਹਰੇ ਰੱਖੋ, ਲੱਗੋ, ਅਸੀਂ ਜਿਹੜਾ ਹੈਗਾ ਪਿੱਛੇ ਹੋ ਕੇ ਕੰਮ ਕਰਾਂਗੇ। ਅਸੀਂ ਸਭ ਨੂੰ ਇੱਕ ਗੱਲ ਕਹੀ ਹੈ। ਅੱਜ ਜਿਹੜੇ ਸਰਾਬੇ ਵਾਲੇ ਆ ਉਹ ਸਾਡੇ ਮੋਰਚੇ ਦਾ ਅੰਗ ਨੇ, ਤਾਲਮੇਲ ਕਮੇਟੀ ਦੇ ਮੈਂਬਰ ਨੇ। ਬੇਅਦਬੀ ਦਾ ਇਨਸਾਫ ਸਰਕਾਰਾਂ ਦੇਣਗੀਆਂ, ਸ਼੍ਰੋਮਣੀ ਕਮੇਟੀ ਦੇਊਗੀ, ਤੁਸੀਂ ਇਹ ਡਿਮਾਂਡ ਕਰਦੇ ਪਏ ਹੋ? ਦੇਖੋ, ਸ਼੍ਰੋਮਣੀ ਕਮੇਟੀ ਨੇ ਆਪਦੇ ਹਿੱਸੇ ਦਾ ਹਿਸਾਬ ਦੇਣਾ ਹੈ, ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਿੱਧਾ ਜੁੜਦਾ ਮਾਮਲਾ 328 ਸਰੂਪਾਂ ਦਾ ਹੈ। ਠੀਕ ਹੈ, ਦੂਸਰੇ ਤਿੰਨੇ ਮੁੱਦੇ ਜਿਹੜੇ ਹੈਗੇ ਆ ਉਹ ਸਮੇਂ ਦੀਆਂ ਹਕੂਮਤਾਂ ਨਾਲ ਜੁੜਦੇ ਆ। ਬਾਦਲ ਦਲ ਨੇ, ਭਾਜਪਾ ਨੇ ਆਪਦੇ ਹਿੱਸੇ ਦਾ, ਆਪਦੇ ਸਮੇਂ ਦਾ ਜਵਾਬ ਦੇਣਾ ਹੈ
ਔਰ ਮੌਜੂਦਾ ਸਰਕਾਰਾਂ ਜਿਹੜੀਆਂ ਹੁਣ ਕੁਰਸੀ ਤੇ ਬੈਠੀਆਂ, ਬੇਅਦਬੀ ਦੇ ਮਾਮਲੇ 'ਚ ਸਿੱਧਮ ਸਿੱਧਾ ਗੁਰਮੀਤ ਰਾਮ ਰਹੀਮ ਸਿੰਘ ਦੋਸ਼ੀ ਹੈ, ਜਿਹੜਾ ਕਿ ਮੋਦੀ ਸਰਕਾਰ ਦੀਆਂ ਅੱਖਾਂ ਦਾ ਤਾਰਾ ਹੈ। ਠੀਕ ਹੈ, ਐਂ ਲੱਗਦਾ ਹੈ ਕਿ ਮਤਲਬ ਜਿਹੜੀ ਸੂਬਾ ਸਰਕਾਰ ਹੈ ਉਹ ਉਹਦੇ ਕਦਮਾਂ 'ਚ ਪਈ ਹੈ। ਮੈਂ ਤਾਂ ਹੈਰਾਨ ਹਾਂ, ਅਸੀਂ ਕਿੱਥੇ ਰਹਿ ਰਹੇ ਹਾਂ? ਇਹ ਲੋਕ ਵੋਟਾਂ ਲਈ ਗਟਰ 'ਚ ਡਿੱਗ ਪੈਣਗੇ। ਇੱਕ ਬੰਦਾ ਕਾਤਲ ਹੋਵੇ, ਇੱਕ ਬੰਦਾ ਬਲਾਤਕਾਰੀ ਹੋਵੇ, ਇੱਕ ਬੰਦੇ ਨੇ ਮੌੜ ਦੇ ਵਿੱਚ ਬੰਬ ਕਾਂਡ ਕਰਵਾ ਕੇ ਛੋਟੀ ਉਮਰ ਦੇ ਬੱਚੇ ਮਾਰੇ ਹੋਣ, ਔਰ ਉਹ ਮਾਨਸਿਕ ਤੌਰ ਤੇ ਕ੍ਰਿਮੀਨਲ ਹੋਵੇ, ਉਹਨੂੰ ਤੁਸੀਂ ਰੱਬ ਬਣਾ ਕੇ ਪੇਸ਼ ਕਰ ਰਹੇ ਹੋ। ਸ਼ਰਮ ਆਉਂਦੀ ਹੈ ਲੋਕਾਂ ਨੂੰ ਜਿਹੜੇ ਪੜ੍ਹੇ ਲਿਖੇ ਹੈ। ਮੈਂ ਤੁਹਾਡੇ ਜਰੀਏ ਸਭ ਨੂੰ ਬੇਨਤੀ ਕਰਦਾ, ਕੋਈ ਈਸਾਈ ਹੈ, ਕੋਈ ਮੁਸਲਿਮ ਹੈ, ਉੱਥੇ ਸਾਰੇ ਤਰ੍ਹਾਂ ਦੇ ਲੋਕ ਜਾਂਦੇ ਆ। ਸਭ ਨੂੰ ਬੇਨਤੀ ਹੈ, ਆਪਦੇ ਰੱਬ ਨੂੰ ਮੰਨੋ, ਆਪਦੇ ਧਰਮ 'ਚ ਰਹੋ। ਇਹੋ ਜਿਹੇ ਬਨਾਉਟੀ ਰੱਬਾਂ ਦੇ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਨਾ ਬਰਬਾਦ ਕਰੋ, ਬੇਸ਼ਰਮੀ ਨਾ ਧਾਰੋ। ਤੁਸੀਂ ਕਿਹਾ ਵੀ ਇਹ ਚੱਬੇ ਦਾ ਅਗਲਾ ਪੜਾਅ ਹੈ। ਬਿਲਕੁਲ। ਚੱਬੇ ਦੇ ਵਿੱਚ ਡਿਮਾਂਡ ਕੀ ਹੋਈ ਸੀ? ਚੱਬੇ ਦੇ ਵਿੱਚ ਕੀ ਡਿਮਾਂਡ ਹੋਈ? ਚੱਬੇ ਦੇ ਅਗਲੇ ਪੜਾਅ ਦੀ ਗੱਲ ਇਹ ਕੀਤੀ ਹੈ ਕਿ ਚੱਬੇ ਦੀ ਧਰਤੀ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਦਾ ਜਥੇਦਾਰ ਥਾਪਿਆ ਗਿਆ ਤੇ ਅੱਜ ਕੌਮ ਨੇ ਉਹਨਾਂ ਦੀ ਆਵਾਜ਼ ਸੁਣੀ। ਪਰ ਮਸਲੇ ਜਿਹੜੇ ਨੇ, ਮਸਲੇ ਉਹੀ ਨੇ ਜਿਹੜੇ ਚੱਬੇ ਦੀ ਧਰਤੀ ਤੇ ਜਿਹੜਾ ਇਕੱਠ ਹੋਇਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਹੋਵੇ, ਕੋਟਕਪੂਰਾ ਬਾਈਬਲ ਗੋਲੀकांड ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ, ਔਰ ਇਸੇ ਤਰ੍ਹਾਂ ਜਿਹੜਾ ਹੈਗਾ ਮਤਲਬ 328 ਸਰੂਪਾਂ ਦਾ ਮਾਮਲਾ ਭਾਵੇਂ ਉਸ ਤੋਂ ਬਾਅਦ ਦੇ ਵਿੱਚ ਸਾਹਮਣੇ ਆਇਆ, ਉਹਦਾ ਇਨਸਾਫ, ਕਿਉਂਕਿ ਉਹ ਅਹਿਮ ਪੰਥਕ ਮਸਲਾ ਹੈ, ਉਹਦੇ ਸੰਬੰਧੀ ਜਿਹੜਾ ਹੈਗਾ ਉਹ ਮੰਗ ਕੀਤੀ ਜਾ ਰਹੀ ਹੈ। ਜੇ ਤੁਸੀਂ ਜਗਤਾਰ ਸਿੰਘ ਹਵਾਰਾ ਦਾ ਵਾਰ-ਵਾਰ ਜ਼ਿਕਰ ਕਰਦੇ ਹੋ, ਜਸਬੀਰ ਸਿੰਘ ਰੋਡੇ ਦੀ ਭੂਮਿਕਾ ਕੀ ਹੋਗੀ? ਜੇ ਮਿਸਟਰ ਹਵਾਰਾ ਜਥੇਦਾਰ, ਤੁਸੀਂ ਕਹਿੰਦੇ ਹੋ ਕਿ ਅਸੀਂ ਬਦਲ ਚਾਹੁੰਦੇ ਹਾਂ, ਜਿਹਦਾ ਜਗਤਾਰ ਸਿੰਘ ਹਵਾਰਾ ਜਥੇਦਾਰ ਹੋਣ। ਨਹੀਂ, ਭਾਈ ਜਸਵੀਰ ਸਿੰਘ ਰੋਡੇ ਤਾਂ ਨਾਲ ਨੇ, ਉਹ ਆ ਰਹੇ ਨੇ 1 ਤਰੀਕ ਨੂੰ। ਉਹਨਾਂ ਦੀ ਕੀ ਭੂਮਿਕਾ ਹੋਊਗੀ? ਨਹੀਂ, ਭੂਮਿਕਾ ਉਹ ਵੀ ਤਾਂ ਪੰਥ ਦਾ ਹਿੱਸਾ ਹੀ ਨੇ, ਉਹ ਸਾਡੇ ਨਾਲ ਸੰਘਰਸ਼ ਕਰਨਗੇ। ਬੇਅਦਬੀ ਦਾ ਇਨਸਾਫ ਤੁਸੀਂ ਮੋਰਚਿਆਂ ਦੇ ਜ਼ਰੀਏ ਲੈਣਾ, ਸਰਕਾਰਾਂ ਤੋਂ ਲੈਣਾ, ਜਾਂ ਸੋਧੇ ਲਾ ਕੇ ਲੈਣਾ? ਦੇਖੋ, ਸੋਧੇ ਲਾਉਣ ਦਾ ਇਸ ਕੌਮੀ ਇਨਸਾਫ ਮੋਰਚੇ ਨਾਲ ਸਿੱਧਾ ਕੋਈ ਸੰਬੰਧ ਨਹੀਂ ਹੈ। ਪਰ ਸਵਾਲ ਇਹ ਹੈ, ਗੁਰੂ ਸਾਹਿਬ ਨੇ ਕਿਹਾ ਕਿ ਚੂਕਾਰ ਜਹਮਾਹੀਲ ਤੇ ਦਰਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਜਿਸ ਵੇਲੇ ਭਾਈ ਜਗਤਾਰ ਸਿੰਘ ਹਵਾਰਾ ਹੋਰੀ ਹਥਿਆਰ ਚੱਕਦੇ ਆ, ਉਸ ਵੇਲੇ ਅਦਾਲਤਾਂ ਨੇ ਸੁਣਵਾਈ ਬੰਦ ਕਰਤੀ ਸੀ, ਨਾ ਪ੍ਰਸ਼ਾਸਨ ਸੁਣਦਾ ਸੀ, ਨਾ MLA ਸੁਣਦੇ ਸੀ। ਠੀਕ ਹੈ ਜੀ। ਹੁਣ 7 ਸਾਲ ਹੋ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਇਨਸਾਫ ਨਹੀਂ ਮਿਲਿਆ ਤੇ ਸੋਧੇ ਵੀ ਲੱਗੇ ਐ। 7 ਬੰਦਿਆਂ ਨੂੰ ਨੌਜਵਾਨਾਂ ਨੇ, ਜਾਂ ਕਹਿ ਲਓ ਵੀ ਮਤਲਬ ਖਾੜਕੂ ਸਿੰਘਾਂ ਨੇ, ਉਹਨਾਂ ਨੂੰ ਮਾਰਿਆ। ਤੁਸੀਂ ਜਸਟੀਫਾਈ ਕਰਦੇ ਹੋ ਉਹਨੂੰ ਵੀ ਚੰਗਾ ਕੀਤਾ? ਦੇਖੋ, ਜਸਟੀਫਾਈ ਇਸ ਗੱਲ ਕਰਕੇ ਕਰਦੇ ਆ ਕਿ ਜਦੋਂ ਸਰਕਾਰ ਹੀ ਅੰਨੀ ਹੋ ਗਈ, ਬੋਲੀ ਹੋ ਗਈ, ਤਾਂ ਫਿਰ ਕੀ ਕਰੋਗੇ ਤੁਸੀਂ? ਫਿਰ ਅਮਰਿਤਪਾਲ ਸਿੰਘ ਜੋ ਸੋਧੇ ਲਾਉਣ ਵਾਲੀ ਗੱਲ ਕਰਦੇ ਹੋ, ਠੀਕ ਹੈ, ਤੁਸੀਂ ਹਮਾਇਤ ਕਰਦੇ ਹੋ? ਬਿਲਕੁਲ ਨਹੀਂ, ਬਿਲਕੁਲ ਨਹੀਂ ਇਸ ਗੱਲ ਦੀ ਹਮਾਇਤ ਕਰਦੇ। ਪਹਿਲਾਂ ਸਾਡੇ ਕੋਲੇ ਜਿਹੜਾ ਹਥਿਆਰ ਹੈ ਉਹ ਜਮਹੂਰੀਅਤ ਹੈ, ਅਸੀਂ ਉਹਦੇ 'ਚ ਕਾਮਯਾਬ ਹੋ ਰਹੇ ਹਾਂ। ਬਰਗਾੜੀ ਮੋਰਚਾ ਲੱਗਿਆ, ਉਸ ਦੇ ਰਿਜ਼ਲਟ ਕਿੱਡੇ ਵੱਡੇ ਹੋਏ। ਅੱਜ ਤੱਕ ਕਦੇ SSP ਅੰਦਰ ਹੋਇਆ ਸੀ? DGP ਨੂੰ ਸੁਣਵਾਈ ਲਈ ਬੁਲਾਇਆ ਗਿਆ ਸੀ, ਤਫਤੀਸ਼ 'ਚ ਸ਼ਾਮਲ ਕੀਤਾ ਗਿਆ ਸੀ। 3 ਸਰਕਾਰਾਂ ਢਹਿ ਗਈਆਂ। ਜਮਹੂਰੀਅਤ ਦੀ ਤਾਕਤ ਬਹੁਤ ਵੱਡੀ ਹੈ। ਉਸ ਤੋਂ ਬਾਅਦ ਅੱਜ ਕੌਮੀ ਇਨਸਾਫ ਮੋਰਚਾ ਲੱਗਿਆ। ਅਸੀਂ ਆਪਦਾ ਹੱਕ ਜਿਹੜਾ ਹੈਗਾ ਉਹ ਲੋਕਾਂ ਦੀ ਤਾਕਤ ਦੇ ਨਾਲ ਹਾਸਲ ਕਰਾਂਗੇ, ਕਿਉਂਕਿ ਅਮਨ ਜੰਗ ਦੀ ਕੁੱਖ ਚੋਪ ਜਿਹੜੇ ਮੁੱਦੇ ਤੇ ਬਰਗਾੜੀ ਮੋਰਚਾ ਟੁੱਟਿਆ ਸੀਗਾ, ਕਿ ਕੌਮੀ ਇਨਸਾਫ ਮੋਰਚੇ ਤੇ ਉਹ ਸਵਾਲ ਨਹੀਂ ਉੱਠਣਗੇ? ਦੇਖੋ, ਸਵਾਲ ਇਹ ਹੈ, ਅਜੇ ਤਾਂ ਅਸੀਂ ਸੰਘਰਸ਼ ਕਰ ਰਹੇ ਹਾਂ। ਸਾਡਾ ਤਾਂ ਮਤਲਬ ਮੰਗ ਹੀ ਇੱਕ ਹੈ, ਮੰਗ ਵੀ ਅਹਿਦ ਵੀ, ਕਿ ਅਸੀਂ ਉਦੋਂ ਤੱਕ ਬੈਠੇ ਰਹਾਂਗੇ ਜਿੰਨਾ ਚਿਰ ਬੰਦੀ ਸਿੰਘ ਸਾਡੇ ਹਵਾਲੇ ਨਹੀਂ ਕੀਤੇ ਜਾਂਦੇ। ਦੂਸਰਾ, ਫਾਸਟ ਟਰੈਕ ਅਦਾਲਤਾਂ ਨਹੀਂ ਬਣਦੀਆਂ। 328 ਸਰੂਪਾਂ ਦੇ ਮਾਮਲੇ ਦੇ ਉੱਤੇ ਜਿਹੜਾ ਹੈਗਾ ਉਹ ਇੱਕ ਵੱਖਰਾ ਮਸਲਾ, ਉਹ ਸਾਡੇ ਘਰ ਦਾ ਮਸਲਾ ਹੈ, ਉਹ ਨਿਬੇੜਨ ਦਾ ਯਤਨ ਕਰਾਂਗੇ, ਕਿਉਂਕਿ ਉਹ ਪੰਥ ਦਾ ਹੀ ਇੱਕ ਅੰਗ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਬੜਾ ਅੱਛਾ ਲੱਗਿਆ ਮੈਨੂੰ ਜਿਹੜਾ ਤੁਸੀਂ ਸ਼ਬਦ ਹੁਣ ਵਰਤਿਆ ਕਿ ਇੱਕ ਸਾਡੇ ਘਰ ਦਾ ਮਸਲਾ ਵੀ ਹੈ। ਬਿਲਕੁਲ ਘਰ ਦਾ ਮਸਲਾ ਹੈ। ਦੂਸਰੇ 3 ਮਸਲੇ ਜਿਹੜੇ ਨੇ ਉਹ ਸਿੱਧੇ ਸਰਕਾਰਾਂ ਦੇ ਨਾਲ ਹੈ। ਸਾਡੀ ਤਾਕਤ ਵਧੇਗੀ। ਬਲਵਿੰਦਰ ਸਿੰਘ ਜੀ, ਘਰ ਨੂੰ ਜੋੜ ਲਓ ਨਾ। ਫਿਰ ਮੈਂ ਕਿਸੇ ਦੀ ਵਕਾਲਤ ਕਰਨ ਵਾਸਤੇ ਨਹੀਂ ਬੈਠਾ, ਮੈਂ ਬਹੁਤ ਸਪਸ਼ਟ ਸਵਾਲ ਕਰ ਰਿਹਾ ਤੁਹਾਨੂੰ। ਜੇ ਤੁਸੀਂ ਪੰਥ ਵਿੱਚ ਏਕਾ ਚਾਹੁੰਦੇ ਹੋ, ਜਦੋਂ ਤੱਕ ਤੁਹਾਡੇ 'ਚ ਏਕਾ ਨਹੀਂ ਹੋਊਗਾ, ਸਰਕਾਰਾਂ ਤੁਹਾਡੀ ਕਿਵੇਂ ਸੁਣਨਗੀਆਂ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਅਸਤੀਫਾ ਦੇ ਕੇ ਧਾਮੀ ਸਾਹਿਬ ਇੱਥੇ ਆਉਣ, ਅਸੀਂ ਉਹਨਾਂ ਨੂੰ ਸਭ ਤੋਂ ਮੂਹਰੇ ਲਾਉਣ ਵਾਸਤੇ ਤਿਆਰ ਹਾਂ। ਕਰੋ ਗੱਲ ਉਹਨਾਂ ਨਾਲ।
ਮੈਂ ਤਾਂ ਸਿੱਧਾ ਇਹੀ ਕਹਿ ਰਿਹਾ, ਤੁਸੀਂ ਐਸਜੀਪੀਸੀ ਤੇ ਅਕਾਲ ਤਖਤ ਦੇ ਜਥੇਦਾਰ ਦਾ ਬਦਲ ਚਾਹੁੰਦੇ ਪਏ ਹੋ। ਨਹੀਂ, ਬਿਲਕੁਲ ਨਹੀਂ, ਬਦਲ ਨਹੀਂ ਚਾਹੁੰਦੇ। ਅਸੀਂ ਸੁੱਤੀਆਂ ਤੇ ਮਰੀਆਂ ਹੋਈਆਂ ਜ਼ਮੀਰਾਂ ਨੂੰ ਜਗਾਉਣਾ ਚਾਹੁੰਦੇ ਹਾਂ। ਉਹ ਲੋਕ ਜਿਹੜੇ ਅੱਜ ਧਾਮੀ ਸਾਹਿਬ ਨੇ ਅਖਬਾਰਾਂ ਦੇ ਵਿੱਚ ਬਿਆਨ ਆਇਆ ਸਾਰਿਆਂ ਅਖਬਾਰਾਂ 'ਚ ਕਿ ਉਹ 20-20 ਹਜ਼ਾਰ ਰੁਪਈਆ ਦੇਣਗੇ ਸਾਰੇ ਬੰਦੀ ਸਿੰਘਾਂ ਨੂੰ, ਪੈਨਸ਼ਨ, ਕੌਮਾਂਤਰੀ ਪੱਧਰ ਤੇ ਵੀ ਜਾਣਗੇ, ਕਾਨੂੰਨੀ ਲੜਾਈ ਵੀ ਲੜਨਗੇ, ਬਹੁਤ ਕੁਝ ਕਰਨਗੇ। ਹਾਂ, ਪਰ ਇੱਕ ਸਵਾਲ ਹੈ ਕਿ ਉਸੇ ਗੋਲਕ ਦੇ ਵਿੱਚੋਂ ਜਿਹਦੇ 'ਚੋਂ ਤੁਸੀਂ ਸੌਦਾ ਸਾਧ ਨੂੰ ਮਾਫੀ ਦਿੰਦੇ ਹੋ ਤੇ 1 ਕਰੋੜ ਰੁਪਏ ਦੇ ਇਸ਼ਤਿਹਾਰ ਦੇ ਦਿੰਦੇ ਹੋ, ਉਸੇ ਗੋਲਕ 'ਚੋਂ ਜਿਹਦੇ ਤੋਂ ਬਾਦਲਾਂ ਦੇ ਘਰ ਦੇ ਫੰਕਸ਼ਨਾਂ ਤੇ ਗੁਰੂ ਦਾ ਲੰਗਰ ਵਰਤਦਾ ਹੈ, ਉਸੇ ਗੋਲਕ 'ਚੋਂ ਜਿਹਦੇ ਨਾਲ ਬਾਦਲਾਂ ਦੀ ਖੂਨੀ ਸਿਆਸਤ ਜਿਹੜੀ ਹੈਗੀ ਆ ਉਹਦੀ ਪਿੱਠ ਪੂਰੀ ਜਾਂਦੀ ਹੈ। ਇਹ ਘਰ ਦੇ ਫੰਕਸ਼ਨ ਤੇ ਇਹਦੇ ਤੁਸੀਂ ਜਸਟੀਫਾਈ ਕਰ ਸਕਦੇ ਹੋ ਨਾ ਚੀਜ਼ਾਂ ਨੂੰ? ਜਸਟੀਫਾਈ ਕਮਾਲ ਹੋ ਗਈ। ਇਹ ਤਾਂ ਵਿਧਾਨ ਸਭਾ ਦੇ ਵਿੱਚ ਉਹਨਾਂ ਦਾ ਭਤੀਜਾ ਬੋਲਿਆ, ਉਹਨਾਂ ਦੇ ਪਰਿਵਾਰ ਦਾ ਮੈਂਬਰ। ਮੈਂ ਸੁਣਿਆ ਉਹ ਮਨਪ੍ਰੀਤ ਸਿੰਘ ਬਾਦਲ ਤੇ ਫਿਰ ਇਸ ਤੋਂ ਵੱਡਾ ਜਸਟੀਫਾਈ ਕੀ ਹੋਊ? ਘਰ ਦੇ ਪੇਤੀ ਲੰਕਾ ਢਾਈ। ਮਨਪ੍ਰੀਤ ਸਿੰਘ ਬਾਦਲ ਜੋ ਕਹਿ ਰਹੇ ਉਹ ਠੀਕ ਕਹਿ ਰਹੇ। ਦੇਖੋ ਵਿਧਾਨ ਸਭਾ 'ਚ ਕਿਹਾ ਉਹਨੇ, ਇਹਨਾਂ ਨੂੰ ਘੜੀਸ ਲੈਣਾ ਚਾਹੀਦਾ ਸੀ, ਉਹਦੇ ਤੇ ਕੇਸ ਕਰਦੇ। ਕੀ ਤੁਸੀਂ ਇਹ ਜਸਟੀਫਾਈ ਕਰਦੇ ਹੋ ਕਿ ਹੁਣ ਤੱਕ ਬਾਦਲਾਂ ਨੇ ਗੁਰੂ ਦੀ ਗੋਲਕ ਨੂੰ ਨਹੀਂ ਵਰਤਿਆ? ਮੈਂ ਤਾਂ ਇਹਨਾਂ ਦੇ ਹਜ਼ਾਰਾਂ ਫੰਕਸ਼ਨ, ਮੈਂ ਖੁਦ ਅਕਾਲੀ ਹਾਂ, ਜਨਮੇਜਾ ਸਿੰਘ ਸੇਖੋਂ ਨੂੰ ਵੋਟਾਂ ਪਾਉਂਦੇ ਰਹੇ ਹਾਂ ਅਸੀਂ ਫਿਰੋਜ਼ਪੁਰ ਤੋਂ। ਸਾਰੇ ਫੰਕਸ਼ਨ ਹੀ ਜਾਮਨੀ ਸਾਹਿਬ ਗੁਰਦੁਆਰਾ ਵਜੀਦਪੁਰ ਹੁੰਦੇ ਸੀ। ਲੰਗਰ ਪਾਣੀ ਦਾ ਸਾਰਾ ਖਰਚਾ ਜਿਹੜਾ ਹੈਗਾ ਗੁਰੂ ਘਰ ਚੋਂ ਚੱਲਦਾ ਸੀ। ਕਿੱਥੇ ਨਹੀਂ ਦੇਖਿਆ ਆਪਾਂ। ਜਿਹੜਾ ਬੰਦੀ ਸਿੰਘਾਂ ਦਾ ਮੁੱਦਾ ਹੈ, ਇਹ ਕਿਹੜੀਆਂ ਸਰਕਾਰਾਂ ਦੇ ਕੋਲੇ ਹੱਲ ਹੋਊਗਾ? ਕਿੰਨਿਆਂ ਦੀ ਸੂਚੀ ਹੈ ਤੁਹਾਡੇ ਕੋਲੇ ਤੇ ਕਿਹੜੀਆਂ ਸਰਕਾਰਾਂ ਦੇ ਅਧੀਨ? ਦੇਖੋ, ਜਿਹੜੇ ਬੰਦੀ ਸਿੰਘਾਂ ਦੀ ਗੱਲ ਕੌਮੀ ਇਨਸਾਫ ਮੋਰਚਾ ਕਰਦਾ ਹੈ, ਉਹ ਬੰਦੀ ਸਿੰਘ ਹੈ ਜਿਨ੍ਹਾਂ ਦੀ ਕਸਟਡੀ ਜਿਹੜੀ ਹੈਗੀ ਆ ਉਹ ਮਤਲਬ ਮੈਕਸਿਮਮ ਉਮਰ ਕੈਦ ਦੀਆਂ ਸਜ਼ਾਵਾਂ ਤੋਂ ਵੱਧ ਹੋ ਚੁੱਕੀ ਹੈ। ਔਰ ਉਹ ਬੰਦੀ ਸਿੰਘ ਜਿਹੜੇ ਨੇ ਉਹਨਾਂ ਦੇ ਵਿੱਚੋਂ 7 ਜਾਣੇ ਜਿਹੜੇ ਬੇਅੰਤ ਸਿੰਘ ਕਤਲकांड ਦੇ ਨਾਲ ਨੇ, ਉਹਨਾਂ ਨੂੰ ਕੇਂਦਰ ਸਰਕਾਰ ਨੇ ਛੱਡਣਾ ਹੈ। ਪਰ ਪੰਜਾਬ ਦੀ ਸਰਕਾਰ ਕੇਂਦਰ ਤੇ ਦਬਾਅ ਪਾ ਸਕਦੀ ਹੈ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਛੱਡਣ ਦਾ ਮਤਾ ਪਾਸ ਕਰਕੇ। ਠੀਕ ਹੈ। ਦੂਜੀ ਗੱਲ, ਜਿਹੜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੇ, ਉਹ ਪੂਰੀ ਤਰ੍ਹਾਂ ਜਿਹੜੇ ਹੈਗੇ ਆ ਉਹ ਦਿੱਲੀ ਸਰਕਾਰ ਨੇ ਛੱਡਣੇ ਆ, ਕਿਉਂਕਿ ਉਹਨਾਂ ਦੀ ਫਾਂਸੀ ਦੀ ਸਜ਼ਾ ਕੇਂਦਰ ਦੁਆਰਾ ਮਾਫ ਕਰ ਦਿੱਤੀ ਗਈ ਹੈ, ਰਾਸ਼ਟਰਪਤੀ ਨੇ ਮਾਫ ਕਰਤੀ ਹੈ। ਹੁਣ ਉਹਦਾ ਮੁੱਦਾ ਜਿਹੜਾ ਹੈਗਾ ਉਹ, ਕਿਉਂਕਿ ਛੱਡਣ ਦੀ ਇੱਕ ਪ੍ਰਕਿਰਿਆ ਹੁੰਦੀ ਹੈ, ਉਹਦੇ ਵਿੱਚ ਜਿਹੜਾ ਜੇਲ੍ਹਾਂ ਦਾ ਡੀਜੀ ਬੈਠਦਾ ਹੈ, ਇਸੇ ਤਰ੍ਹਾਂ ਇੱਕ ਮਿਨਿਸਟਰ ਹੁੰਦਾ ਹੈ, ਉਹਨਾਂ ਦੀ ਕਮੇਟੀ ਹੁੰਦੀ ਹੈ, ਸੈਂਟੈਂਸ ਰਿਵਿਊ ਬੋਰਡ, ਹਾਂ ਉਹ ਹੁੰਦਾ, ਉਸ ਬੋਰਡ ਨੇ ਫੈਸਲਾ ਲੈਣਾ ਹੁੰਦਾ। ਉਹਦੀ ਮੀਟਿੰਗ ਇਹ ਬਾਰ-ਬਾਰ ਪੋਸਟਪੋਨ ਕਰ ਰਹੇ ਆ, ਬਾਰ-ਬਾਰ ਪੋਸਟਪੋਨ ਕਰ ਰਹੇ ਆ। ਇਸੇ ਤਰ੍ਹਾਂ ਗੁਰਦੀਪ ਸਿੰਘ ਖੇੜਾ ਜਿਹੜਾ ਹੈ ਉਹ ਕਰਨਾਟਕ ਦੀ ਸਰਕਾਰ ਜਿਹੜੀ ਹੈਗੀ ਆ ਉਹਦੇ ਨਾਲ ਗੱਲ ਕਰਨੀ ਪੈਣੀ ਹੈ। ਤੇ ਇਹ ਮਤਲਬ ਇੱਕ ਦਿਨ ਦਾ ਕੰਮ ਹੈ। ਤੇ ਜਿਹੜੇ ਕਰਨਾਟਕ ਨਾਲ ਗੱਲ ਕੌਣ ਕਰੂ? ਕਰਨਾਟਕ ਸਰਕਾਰ ਨਾਲ? ਕੇਂਦਰ ਸਰਕਾਰ ਸਾਰਿਆਂ ਨਾਲ ਗੱਲ ਕਰ ਸਕਦੀ ਹੈ ਜੀ। ਇਹ ਮੋਰਚਾ ਕੇਂਦਰ ਸਰਕਾਰ ਦੇ ਖਿਲਾਫ ਹੈ ਸਿੱਧਾ ਬੰਦੀ ਸਿੰਘਾਂ ਦੇ ਮੁੱਦੇ ਤੇ? ਇਹ ਦੋਹਾਂ ਸਰਕਾਰਾਂ ਦੇ ਖਿਲਾਫ ਹੈ, ਸੂਬਾ ਸਰਕਾਰ ਦੇ ਖਿਲਾਫ ਵੀ ਹੈ ਔਰ ਕੇਂਦਰ ਦੇ ਵੀ ਹੈ, ਕਿਉਂਕਿ ਜਿਹੜਾ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦਾ ਮਾਮਲਾ ਤਾਂ ਇਹਨਾਂ ਨੇ ਹੀ ਹੱਲ ਕਰਨਾ ਹੈ। ਇਹ ਕੱਲ੍ਹ ਹੀ ਹੱਲ ਕਰਨ, ਇਹ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਨ। ਜਿਹੜੇ ਬੇਅਦਬੀ ਦੇ ਮਾਮਲੇ ਦੇ ਉੱਤੇ ਤਾਂ ਪੂਰੇ ਦਾ ਪੂਰਾ ਇਨਸਾਫ ਇਹਨਾਂ ਨੇ ਦੇਣਾ ਹੈਗਾ, ਕਿਉਂਕਿ ਉਹ ਸਿੱਧਾ ਇਹਨਾਂ ਦੇ ਨਾਲ ਜੁੜਿਆ। ਅਦਾਲਤਾਂ ਚਲਾਨ ਪੇਸ਼ ਕਰਨਾ 302 ਦਾ, 307 ਦਾ, ਫਾਸਟ ਟਰੈਕ ਅਦਾਲਤ ਇਹਨਾਂ ਨੇ ਬਣਾਉਣੀ ਹੈ। ਮੈਂ ਇੱਕ ਛੋਟਾ ਹੋਰ ਵਕਫਾ ਲੈ ਲਵਾਂ, ਇੱਕ ਹੋਰ ਵਕਫਾ ਲੈਣੇ ਆ। ਵਕਫੇ ਤੋਂ ਬਾਅਦ ਅਸੀਂ ਆਖਰੀ ਹਿੱਸੇ ਵਿੱਚ ਹੋਵਾਂਗੇ। ਬਲਵਿੰਦਰ ਸਿੰਘ ਬਹੁਤ ਬਰੀਕੀ ਨਾਲ ਤੇ ਵਿਵਾਕੀ ਨਾਲ ਜਵਾਬ ਦੇਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਆ। ਇਹ ਜਵਾਬ ਤੁਹਾਨੂੰ ਕਿੰਨੇ ਪਸੰਦ ਆਉਂਦੇ ਆ ਜਾਂ ਇਹ ਜਵਾਬ ਕਿੰਨੇ ਸਪਸ਼ਟ ਹੈ, ਉਹ ਤੁਸੀਂ ਫੈਸਲਾ ਕਰਨਾ। ਵਾਪਸ ਆ ਰਿਹਾ ਇੱਕ ਵਾਰ ਫਿਰ ਮੁੜ ਤੋਂ ਸਵਾਗਤ ਕਰਦੇ ਹਾਂ। ਆਖਰੀ ਹਿੱਸੇ ਵਿੱਚ ਅਸੀਂ ਬਲਵਿੰਦਰ ਸਿੰਘ ਜੀ, ਸਭ ਉਮੀਦਾਂ ਹੀ ਹੁੰਦੀਆਂ, ਤੁਹਾਨੂੰ ਉਮੀਦ ਹੈ ਇਸ ਮੋਰਚੇ ਤੋਂ? ਪੂਰੀ ਉਮੀਦ ਹੈ। ਗੁਰੂ ਸਾਹਿਬ ਕਹਿੰਦੇ ਆ, ਜੋ ਜਾਗੇ ਸੇ ਉਭਰੇ ਸੂਤੇ ਗਏ ਮਹਾਏ। ਜੇ ਤੁਸੀਂ ਜਿੱਤਣਾ ਹੈ, ਸਫਲ ਹੋਣਾ ਹੈ, ਤਾਂ ਤੁਹਾਨੂੰ ਜਾਗਣਾ ਪਏਗਾ। ਜੇ ਸੁੱਤੇ ਰਹੋਗੇ ਤਾਂ ਰੁੜ ਜਾਓਗੇ। ਇਹ ਕੌਮੀ ਇਨਸਾਫ ਮੋਰਚਾ ਲੋਕ ਅਧਿਕਾਰ ਲਹਿਰ ਦਾ ਮੋਰਚਾ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਮੋਰਚਾ? ਦੇਖੋ, ਤੁਸੀਂ ਕਹੋਗੇ ਸੰਗਤ ਦਾ ਮੋਰਚਾ, ਪੰਥ ਦਾ ਮੋਰਚਾ, ਇਹ ਬੜੀ ਡਿਪਲੋਮੈਟਿਕ ਲਾਈਨ ਹੈ। ਨਹੀਂ, ਬਿਨਾਂ ਸ਼ੱਕ ਤੁਸੀਂ ਮੋਰਚੇ 'ਚ ਆ ਕੇ ਦੇਖੋ। ਮੋਰਚੇ 'ਚ ਸਾਰੀਆਂ ਜਥੇਬੰਦੀਆਂ ਨੇ ਆਪਦੇ ਬੋਰਡ ਲਾਏ ਨੇ। ਕਿਤੇ ਵੀ ਤੁਹਾਨੂੰ ਲੋਕ ਅਧਿਕਾਰ ਲਹਿਰ ਦਾ ਬੋਰਡ ਮਿਲ ਜੇ ਤਾਂ ਮੈਨੂੰ ਫਿੱਟੇ ਮੂੰਹ ਕਿਉਂ। ਇਹ ਕੌਮ ਦਾ, ਪੰਥ ਦਾ, ਇਨਸਾਨੀਅਤ ਦਾ, ਮਨੁੱਖਤਾ ਦਾ, ਗੁਰੂ ਦਾ ਮੋਰਚਾ ਹੈ। ਤੇ ਇਸ ਗੁਰੂ ਦੇ ਮੋਰਚੇ ਦੇ ਵਿੱਚ ਜੇ ਕੋਈ ਵੀ ਬੰਦਾ ਆਉਂਦਾ ਉਹਨੂੰ ਪਰਮਿਸ਼ਨ ਲੈ ਕੇ ਆਉਣਾ ਪਊਗਾ? ਬਿਲਕੁਲ ਨਹੀਂ, ਪਰਮਿਸ਼ਨ ਲੈ ਕੇ ਨਹੀਂ ਆਉਣਾ ਪਊਗਾ। ਪਰ ਜਿਹੜੇ ਲੋਕ ਸਿੱਧੇ ਇਹਨਾਂ ਮੁੱਦਿਆਂ ਦੇ ਨਾਲ ਜੁੜੇ ਹੋਏ ਆ, ਜਿਨ੍ਹਾਂ ਦੇ ਮੋਰਚਾ ਖਿਲਾਫ ਲੱਗਿਆ, ਉਹਦੀ ਤਿਆਰੀ ਕਰਕੇ ਆਉਣਾ ਪਏਗਾ। ਉਹਦੇ ਤੇ ਸਾਫ਼ ਗੋਈ ਤੇ ਸਪਸ਼ਟ ਜਵਾਬ ਦੇਣਾ ਪਏਗਾ।
ਇੱਕ ਤਾਂ ਤੁਹਾਡੇ ਮੋਰਚੇ ਬਾਰੇ ਇੱਕ ਚਰਚਾ ਇਹ ਚੱਲਦੀ ਪਈ ਹੈ ਕਿ ਤੁਸੀਂ ਸ਼ਰਤਾਂ ਲਾਉਂਦੇ ਹੋ, ਬੁਲਾਰਾ ਕੀ ਬੋਲੇ? ਬਿਲਕੁਲ ਨਹੀਂ। ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਲਿਖਿਆ ਕਿ ਇਹਨਾਂ 4 ਮੁੱਦਿਆਂ ਦੇ ਉੱਤੇ ਬੋਲਿਆ ਜਾਵੇ, ਕਿਉਂਕਿ ਪੰਥ ਦੀ ਏਕਤਾ ਪੰਥ ਦੋਖੀਆਂ ਨੂੰ ਭਾਉਂਦੀ ਨਹੀਂ, ਇਸ ਕਰਕੇ ਕੋਈ ਵਿਵਾਦ ਵਾਲੀ ਗੱਲ ਨਾ ਕੀਤੀ ਜਾਵੇ। ਇਹਦੇ ਜਿਹੜੇ ਪੋਸਟਰ ਹੈ ਉੱਥੇ ਲਗਾ ਦਿੱਤੇ ਗਏ ਆ, ਇਹ ਉਹਨਾਂ ਨੇ ਬਕਾਇਦਾ ਲਿਖ ਕੇ ਭੇਜਿਆ। ਹੋ ਸਕਦਾ ਇਹ ਸਵਾਲ ਤੁਹਾਡੇ ਤੋਂ ਬਹੁਤ ਦੇਰ ਬਾਅਦ ਪੁੱਛਿਆ ਜਾਵੇ, ਪਰ ਮੈਂ ਅੱਜ ਹੀ ਪੁੱਛ ਰਿਹਾ। ਬਰਗਾੜੀ ਮੋਰਚੇ ਤੇ ਉਹ ਸਵਾਲ ਉੱਠਿਆ ਸੀ, ਫੰਡਸ ਦਾ ਸਵਾਲ ਉੱਠਿਆ ਸੀ ਬਹੁਤ ਵੱਡਾ। ਇਹ ਸਵਾਲ ਤੁਹਾਡੇ ਤੋਂ ਹੀ ਪੁੱਛਿਆ ਜਾਊਗਾ। ਅੱਜ ਤੁਹਾਨੂੰ ਇਹ ਸਵਾਲ ਤੇ ਗੁੱਸਾ ਵੀ ਆਊਗਾ, ਪਰ ਇਸ ਸਵਾਲ ਦਾ ਜਵਾਬ ਤੁਸੀਂ ਕੀ ਤਿਆਰ ਕਰਕੇ ਰੱਖਿਆ? ਸਵਾਲ ਕੀ ਹੈ? ਸਵਾਲ ਇਹੀ ਹੈ ਕਿ ਇਸ ਮੋਰਚੇ ਨੂੰ ਫੰਡਸ ਕਿੱਥੋਂ ਜਾ ਰਹੇ ਆ, ਇਸ ਮੋਰਚੇ ਦੇ ਪਿੱਛੇ ਕੌਣ ਹੈ? ਇਹ ਸਵਾਲ ਤੁਹਾਡੇ ਤੋਂ ਬਹੁਤ ਚਿਰਾਂ ਬਾਅਦ ਸ਼ਾਇਦ ਹੋ ਸਕਦਾ ਪੁੱਛਿਆ ਜਾਵੇ। ਮੈਂ ਅੱਜ ਹੀ ਪੁੱਛ ਰਿਹਾ। ਦੇਖੋ ਗੱਲ ਇਹ ਹੈ, ਜਿਹੜਾ ਫੰਡਸ ਦਾ ਸਵਾਲ ਹੈ ਉਹਦੇ ਵਿੱਚ ਸਿੱਧਾ ਸਮਾਨ ਜਿਹੜਾ ਹੈ ਉਹ ਲਿਆ ਜਾ ਰਿਹਾ। ਜਿੰਨੇ ਪੈਸੇ ਉੱਥੇ ਆਉਂਦੇ ਹੈ ਉਹਦੀ ਪਰਚੀ ਕੱਟੀ ਜਾ ਰਹੀ ਹੈ, ਗੁਰੂ ਦੀ ਗੋਲਕ ਗਿਣ ਕੇ ਰਜਿਸਟਰ ਤੇ ਲਿਖੀ ਜਾ ਰਹੀ ਹੈ। ਜਿੰਨਾ ਖਰਚਾ ਕੀਤਾ ਜਾ ਰਿਹਾ ਹੈ ਉਹ ਪੂਰੇ ਦਾ ਪੂਰਾ ਰਿਕਾਰਡ ਜਿਹੜਾ ਹੈਗਾ ਉਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਦੋਵਾਂ ਵਕੀਲਾਂ ਨੂੰ ਤੇ ਇੱਕ ਇੰਦਰਬੀਰ ਸਿੰਘ ਜਿਹੜੇ ਬਾਪੂ ਜੀ ਨਾਲ ਰਹਿੰਦੇ ਉਹਨਾਂ ਨੂੰ ਸੌਂਪਿਆ ਗਿਆ। ਜਥੇਦਾਰ ਸਾਹਿਬ ਨੇ ਸਾਨੂੰ ਕਿਹਾ ਸੀ ਵੀ ਤੁਸੀਂ ਵੀ ਇੱਕ ਬੰਦਾ ਆਪਦਾ ਦੇ ਦਿਓ। ਅਸੀਂ ਉਹਨਾਂ ਨੂੰ ਕਿਹਾ ਕਿ ਜਦੋਂ ਬਾਪੂ ਜੀ ਬੈਠੇ ਹੈ, ਉਹ ਬਾਪੂ ਜੀ ਜਿਨ੍ਹਾਂ ਦੀ ਈਡੀ ਨੇ ਜਾਂਚ ਕੀਤੀ ਹੈ, ਜਿਨ੍ਹਾਂ ਦੀ 4 ਵਾਰ ਜਾਂਚ ਹੋ ਚੁੱਕੀ ਹੈ, ਜਿਹੜੇ ਬ੍ਰਿਟਿਸ਼ ਸਿੱਖ ਕੌਂਸਲ ਦਾ 50 ਕਰੋੜ ਤੋਂ ਵੱਧ ਰੁਪਈਆ 30 ਤੋਂ ਵੱਧ ਗੁਰਦੁਆਰੇ ਬਣਾ ਕੇ ਖਰਚ ਚੁੱਕੇ ਹੈ, ਜੇ ਸਰਕਾਰਾਂ ਨੂੰ ਕੁਝ ਨਹੀਂ ਲੱਭਿਆ ਤਾਂ ਫਿਰ ਅਸੀਂ ਉਹਦੇ ਵਿੱਚ ਪੈ ਕੇ ਕੀ ਕਰਾਂਗੇ? ਸਾਨੂੰ ਜਿੰਨੇ ਪੈਸੇ ਦੀ ਲੋੜ ਹੁੰਦੀ ਹੈ ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ ਕਿ ਸਾਨੂੰ ਤੇਲ ਵਾਸਤੇ ਦੇ ਦਿਓ, ਸਾਨੂੰ ਤੂੜੀ ਵਾਸਤੇ ਦੇ ਦਿਓ, ਸਾਨੂੰ ਨਿਹੰਗ ਸਿੰਘਾਂ ਦੇ ਬਦਾਮਾਂ ਵਾਸਤੇ ਦੇ ਦਿਓ, ਸਾਨੂੰ ਕਰੋਕਰੀ ਲਿਆਉਣ ਨੂੰ ਦੇ ਦਿਓ, ਉਹ ਡਿਸਪੋਜ਼ਲ ਗਲਾਸ ਅਸੀਂ ਮੰਗ ਲੈਂਦੇ ਹਾਂ ਤੇ ਉਹ ਦੇਈ ਜਾਂਦੇ ਆ। ਇੱਕ ਸਵਾਲ ਤੁਹਾਡੇ ਤੋਂ ਹੋਰ ਪੁੱਛਿਆ ਜਾਊਗਾ। ਹਾਂਜੀ, ਕਿ ਤੁਸੀਂ ਖਾਲਿਸਤਾਨ ਦਾ ਨੈਰੇਟਿਵ ਸਿਰਜਣਾ ਚਾਹ ਰਹੇ ਹੋ। ਦੇਖੋ ਸਵਾਲ ਇਹ ਹੈ, ਖਾਲਿਸਤਾਨ ਜਿਹੜਾ ਹੈਗਾ, ਖਾਲਿਸਤਾਨ ਮੈਨੂੰ ਨਹੀਂ ਸਮਝ ਆਉਂਦੀ ਕਿ ਇਹ ਕਿਸ ਤਰ੍ਹਾਂ ਦਾ ਖਾਲਿਸਤਾਨ ਹੈ। ਅਸੀਂ ਖਾਲਸਾ ਰਾਜ ਚਾਹੁੰਦੇ ਹਾਂ। ਖਾਲਸਾ ਰਾਜ ਦਾ ਮਤਲਬ ਇਹ ਹੈ ਕਿ ਜਮਹੂਰੀ ਢੰਗ ਦੇ ਨਾਲ ਰਾਜ ਹੋਵੇ, ਜਿਹਦੇ ਵਿੱਚ ਨਾ ਭ੍ਰਿਸ਼ਟਾਚਾਰ ਹੋਵੇ, ਨਾ ਨਸ਼ਾ ਹੋਵੇ, ਨਾ ਇਨਸਾਫੀ ਹੋਵੇ, ਹਰ ਇੱਕ ਨੂੰ ਨਿਆਂ ਮਿਲੇ। ਖਾਲਸਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਮੁਤਾਬਕ ਹਮੇਸ਼ਾ ਹੀ ਬੇਗਮਪੁਰਾ ਸਿਰਜਣਾ ਚਾਹੁੰਦਾ ਹੈ। ਇਹਦੇ ਵਿੱਚ ਮੇਰੇ ਹਿਸਾਬ 'ਚ ਡੈਮੋਕ੍ਰੇਸੀ ਤੋਂ ਵੱਧ ਕੋਈ ਅੱਛੀ ਚੀਜ਼ ਨਹੀਂ। ਮੈਂ ਤੁਹਾਨੂੰ ਇੱਕ ਸਵਾਲ ਕਰਾਂ ਕਿ ਖਾਲਿਸਤਾਨ ਕੌਣ ਮੰਗ ਰਿਹਾ ਹੈ? ਕੌਣ ਰਾਸ਼ਟਰਪਤੀ ਹੋਏਗਾ ਖਾਲਿਸਤਾਨ ਦਾ? ਉਹਦੀਆਂ ਸਰਹੱਦਾਂ ਕਿਹੜੀਆਂ ਹੋਣਗੀਆਂ? ਅੱਜ ਖਾਲਿਸਤਾਨ ਲੈਣ ਲਈ ਸਾਡੇ ਕੋਲੇ ਤਰੀਕਾ ਕਿਹੜਾ ਹੋਏਗਾ? ਸਵਾਲ ਇਹ ਹੈ ਕਿ ਭਾਰਤ ਨੂੰ ਆਜ਼ਾਦ ਕਰਾਉਣ ਲਈ ਅਸੀਂ ਕਹਿੰਦੇ ਹਾਂ ਕਿ ਅਸੀਂ 90% 93% ਕੁਰਬਾਨੀਆਂ ਦਿੱਤੀਆਂ, ਫਿਰ ਪੂਰਾ ਭਾਰਤ ਹੀ ਸਾਡਾ ਹੈ, ਅਸੀਂ ਖਾਲਿਸਤਾਨ ਕਿਉਂ ਮੰਗਦੇ ਹਾਂ? ਅਸੀਂ ਪੂਰੇ ਭਾਰਤ 'ਤੇ ਰਾਜ ਕਰਾਂਗੇ। ਪੰਜਾਬ ਦੇ ਵਿੱਚ ਅਸੀਂ ਲੋਕਾਂ ਨੂੰ ਕਰਕੇ ਦਿਖਾਵਾਂਗੇ ਔਰ ਉਸ ਤੋਂ ਬਾਅਦ ਪੂਰਾ ਭਾਰਤ ਹੈ ਜਿਹੜਾ ਉਹ ਪੰਜਾਬ ਵਰਗਾ ਰਾਜ ਜਿਹੜਾ ਹੈ ਉਹ ਬਣਾਉਣ ਲਈ ਤੜਪੇਗਾ, ਪੈਦਾ ਕਰੇਗਾ, ਉਹਦੇ ਲਈ ਸੰਘਰਸ਼ ਕਰੇਗਾ। ਤੁਸੀਂ ਖਾਲਸਾ ਰਾਜ ਦੀ ਡਿਮਾਂਡ ਕਰਦੇ ਹੋ। ਤੁਸੀਂ ਕਹਿੰਦੇ ਵੀ ਅਸੀਂ ਪੂਰੇ ਭਾਰਤ ਤੇ ਰਾਜ ਕਰਾਂਗੇ। ਖਾਲਸ ਰਾਜ ਦੀ ਗੱਲ ਖਾਲਸ ਰਾਜ, ਚਲੋ ਖਾਲਸ ਰਾਜ ਕਹਿ ਲਓ। ਚੱਬੇ ਤੋਂ ਕੀ ਡਿਮਾਂਡ ਉੱਠੀ ਸੀ? ਚੱਬੇ ਤੋਂ ਡਿਮਾਂਡ ਆਹੀ ਜਿਹੜੇ ਧੱਕੇ ਕੀਤੇ ਗਏ ਇਹਦੇ ਇਨਸਾਫ ਦੀ ਉੱਠੀ ਸੀ। ਕਿਸੇ ਨੇ ਵੀ ਖਾਲਿਸਤਾਨ ਦੀ ਗੱਲ ਨਹੀਂ ਕੀਤੀ। ਕਿਹਨੇ ਖਾਲਿਸਤਾਨ ਦੀ ਗੱਲ ਕੀਤੀ ਹੈ? ਸਟੇਜ ਤੋਂ ਇੱਕ ਵਾਰੀ ਵੀ ਸ਼ਬਦ ਖਾਲਿਸਤਾਨ ਨਹੀਂ ਬੋਲਿਆ ਗਿਆ ਚੱਬੇ ਦੀ ਧਰਤੀ ਤੇ। ਹੇਠਾਂ ਆ ਕੇ ਕਿਸੇ ਨੇ ਬੋਲਤਾ ਹੋਵੇ ਤਾਂ ਕਹਿ ਨਹੀਂ ਸਕਦੇ। ਮੈਨੂੰ ਐਸਪੀ ਸਾਹਿਬ ਕਹਿੰਦੇ ਜਦੋਂ ਮੀਟਿੰਗ ਹੋਈ ਵੀ ਖਾਲਿਸਤਾਨ ਦੇ ਨਾਅਰੇ ਨਾ ਲਾਇਓ। ਅਸੀਂ ਕਿਹਾ ਜੀ ਅਸੀਂ ਕਿਸੇ ਦਾ ਮੂੰਹ ਨਹੀਂ ਫੜ ਸਕਦੇ, ਪਰ ਅਸੀਂ 4 ਮੁੱਦਿਆਂ ਲਈ ਬੈਠੇ ਹਾਂ। ਜੇ ਇੱਥੇ ਲੱਗ ਗਏ, ਖਾਲਿਸਤਾਨ ਲਈ ਨਹੀਂ ਬੈਠੇ। ਜੇ ਇੱਥੇ ਲੱਗ ਗਏ ਨਾਰੇ, ਦੇਖੋ ਨਾਰੇ ਲੱਗੇ ਕਿਉਂਕਿ ਉਹ ਤੁਹਾਡੇ ਹਮਾਇਤੀ ਵੀ ਹੈ ਜਿਹੜੇ ਖਾਲਿਸਤਾਨ ਦੀ ਡਿਮਾਂਡ ਕਰਦੇ ਪਏ। ਕੋਈ ਗੱਲ ਨਹੀਂ, ਖਾਲਿਸਤਾਨ ਉਹ ਬਣਾ ਲੈਣ, ਠੀਕ ਹੈ, ਬਣਾ ਲੈਣ, ਅਸੀਂ ਖਾਲਿਸਤਾਨ 'ਚ ਰਹਿ ਲਾਂਗੇ, ਕੋਈ ਗੱਲ ਨਹੀਂ। ਪਰ ਸਾਡੀ ਮੰਗ ਖਾਲਿਸਤਾਨ ਨਹੀਂ ਹੈ। ਸਾਡੀ ਮੰਗ ਇਹ ਹੈ ਕਿ ਭਾਰਤ ਦਾ ਸੰਵਿਧਾਨ ਬਣਾਉਣ ਲਈ, ਭਾਰਤ ਦਾ ਸੰਵਿਧਾਨ ਬਣਨ ਦੀ ਔਕਾਤ ਬਣਾਉਣ ਲਈ ਅਸੀਂ ਕੁਰਬਾਨੀਆਂ ਕੀਤੀਆਂ। ਅਜੇ ਅਸੀਂ ਲੋਕ ਰਾਜ ਨੂੰ ਹੀ ਮੰਨ ਕੇ ਨਹੀਂ ਦੇਖਿਆ, ਠੀਕ ਹੈ। ਅਸੀਂ ਲੋਕ ਰਾਜ ਨੂੰ ਮੰਨਣਾ ਚਾਹੁੰਦੇ ਹਾਂ ਸਹੀ ਅਰਥਾਂ ਦੇ ਵਿੱਚ, ਪਹਿਲੇ ਦਰਜੇ ਦੇ ਸ਼ਹਿਰੀ ਬਣ ਕੇ। ਚਲੋ ਤੁਸੀਂ ਇਹ ਸਪਸ਼ਟ ਕੀਤਾ। ਇੱਕ ਸਵਾਲ ਹੋਰ ਹੈ, ਜਿਹੜਾ ਕੇਂਦਰੀ ਮੰਤਰੀ ਨੇ ਆ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹਰਾਂ ਦੀ ਮੌਜੂਦਗੀ ਵਿੱਚ ਦਸਤੀ ਜਿਹੜੀ ਮੁਹਿੰਮ ਹੈਗੀ ਉਹਦੇ ਵਿੱਚ ਹਿੱਸਾ ਪਾਇਆ, ਉਹਦਾ ਤੁਸੀਂ ਸਵਾਗਤ ਕਰਦੇ ਹੋ? ਦੇਖੋ ਮੈਂ ਤਾਂ ਇਹ ਕਹਿਣਾ, ਅਪਰਾਧੀ ਦੂਣਾ ਨਿਵੇਂ ਜਿਉਂ ਹੰਤਾ ਮਰ ਗਏ, ਛੱਡਣੇ ਹੀ ਤੁਸੀਂ ਹੈ, ਸੈਨ ਕਾਹਦੇ ਲਈ ਕਰ ਰਹੇ ਹੋ? ਉਹ ਕੀ ਹੋਇਆ ਫਿਰ? ਉਹ ਡਰਾਮਾ ਜਿਹੜਾ ਸਦੀਆਂ ਤੋਂ ਕਰਦੇ ਆ ਰਹੇ ਆ।
ਕਿਤੇ ਸਤਲੁਜ ਜਮਨਾ ਲਿੰਕ ਨਹਿਰ ਤੇ, ਕਿਤੇ ਬੰਦੀ ਸਿੰਘਾਂ ਦੀ ਰਿਹਾਈ ਤੇ, ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੇ। ਉਹਦਾ ਕੋਈ ਅਸਰ ਨਹੀਂ ਹੋਊਗਾ ਵੀ ਐਡੀ ਕੰਪੇਨ ਚੱਲਦੀ ਪਈ, ਉਹਦਾ ਕੋਈ ਅਸਰ ਨਹੀਂ ਹੋਊਗਾ? ਦੇਖੋ ਸਵਾਲ ਇਹ ਹੈ ਵੀ ਜਿਹੜੇ ਕੰਪੇਨ ਚਲਾ ਰਹੇ ਆ ਉਹਨਾਂ ਕੋਲੇ ਛੱਡਣ ਦੀ ਤੇ ਛਡਾਉਣ ਦੀ ਤਾਕਤ ਸੀ, ਕਿਉਂਕਿ ਕੇਂਦਰ 'ਚ ਵੀ ਉਹਨਾਂ ਦੇ ਭਾਈਵਾਲਾਂ ਦਾ ਰਾਜ ਸੀ ਤੇ ਇੱਥੇ ਵੀ ਰਾਜ ਸੀ। ਠੀਕ ਹੈ, ਮਤਲਬ ਸਵਾਲ ਇਹ ਹੈ ਕਿ ਅੱਜ ਵੀ ਜੇ ਉਹ ਸਾਈਨ ਕਰਕੇ ਗਏ ਆ ਤੇ ਸਾਈਨ ਕਰਨ ਵਾਲਿਆਂ ਨੇ ਤੇ ਛੱਡਣਾ। 7 ਬੰਦੇ ਤਾਂ ਉਹਨਾਂ ਦੇ ਹੱਥ 'ਚ ਆ, ਉਹਨਾਂ ਨੂੰ ਕੱਲ੍ਹ ਨੂੰ ਛੱਡ ਦੇਣੇ ਚਾਹੀਦੇ ਆ। ਕਰਨਾਟਕ ਵਾਲਿਆਂ ਨੂੰ ਟੈਲੀਫੋਨ ਕਰ ਦੇਣਾ ਚਾਹੀਦਾ। ਕਿਉਂ ਤੁਹਾਨੂੰ ਕਿਉਂ ਲੱਗਦਾ ਵੀ ਕਿਉਂ ਨਹੀਂ ਛੱਡਣਾ ਚਾਹੁੰਦੇ ਹੋ? ਕਿਉਂਕਿ ਝੂਠ ਦੀਆਂ ਦੁਕਾਨਾਂ ਬੰਦ ਹੋਣ ਦਾ ਖਤਰਾ ਹੈ। ਜੇ ਕਿਸੇ ਕੌਮ ਦੇ ਜਰਨੈਲ ਦੇ ਕਹਿਣ ਤੇ ਲੱਖਾਂ ਲੋਕ ਇਕੱਠੇ ਹੋ ਸਕਦੇ ਆ ਤੇ ਜਦੋਂ ਉਹ ਬਾਹਰ ਆਏਗਾ ਤੇ ਸੜਕਾਂ ਦੇ ਉੱਤੇ ਤਿਲ ਸੁੱਟਣ ਦੀ ਥਾਂ ਨਹੀਂ ਹੋਏਗੀ। ਸਿੱਖ ਕੌਮ ਲੀਡਰਲੈਸ ਹੈ। ਜਥੇਦਾਰ ਜਗਤਾਰ ਸਿੰਘ ਹਵਾਰਾ ਇੱਕ ਬਹੁਤ ਵੱਡੀ ਸੋਚ ਰੱਖਦੇ ਆ। ਜਥੇਦਾਰ ਜਗਤਾਰ ਸਿੰਘ ਹਵਾਰਾ ਤੁਸੀਂ ਕਹਿੰਦੇ ਜਦੋਂ ਬਾਹਰ ਹੋਣਗੇ ਲੱਖਾਂ ਲੋਕ ਆ ਜਿਹੜੇ ਉਹ ਸੈਲਾਬ ਬਣ ਕੇ ਹੋਣਗੇ, ਬਲਵੰਤ ਸਿੰਘ ਰਾਜੋਆਣਾ ਦੀ ਭੂਮਿਕਾ ਕੀ ਰਹੂਗੀ? ਦੇਖੋ ਬਲਵੰਤ ਸਿੰਘ ਰਾਜੋਆਣਾ ਦੀ ਕੁਰਬਾਨੀ ਓਡੀ ਵੱਡੀ ਹੈ ਜਿੰਨੀ ਭਾਈ ਜਗਤਾਰ ਸਿੰਘ ਹਵਾਰਾ ਦੀ। ਸਾਰਿਆਂ ਨੇ ਮਿਲ ਕੇ ਈਵੈਂਟ ਤਿਆਰ ਕੀਤਾ ਤੇ ਆਪੋ ਆਪਣੀ ਭੂਮਿਕਾ ਨਿਭਾਈ, ਜਿਹਦੇ ਨਾਲ ਹਰ ਰੋਜ਼ ਹੁੰਦੇ ਝੂਠੇ ਪੁਲਿਸ ਮੁਕਾਬਲੇ ਬੰਦ ਹੋਏ। ਤੁਹਾਡੀ ਲੜਾਈ ਇੱਕ ਪਾਸੇ ਖੜੀ ਹੋਈ ਹੈ, ਤੁਸੀਂ ਇੱਕ ਪਾਸੇ ਜਗਤਾਰ ਸਿੰਘ ਹਵਾਰਾ ਜ਼ਿਕਰ ਕੀਤਾ ਪੂਰੀ ਇੰਟਰਵਿਊ ਦੇ ਵਿੱਚ, ਅਕਾਲੀ ਦਲ ਬਲਵੰਤ ਸਿੰਘ ਰਾਜੋਆਣਾ ਜ਼ਿਕਰ ਕਰਦਾ, ਇਹੀ ਲੜਾਈ ਹੈ? ਨਹੀਂ, ਇਹ ਕਾਹਦੀ ਲੜਾਈ ਹੈ? ਇਹ ਕਾਹਦੀ ਲੜਾਈ ਹੈ? ਇਹ ਕੋਈ ਲੜਾਈ ਨਹੀਂ ਹੈ। ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਕੌਮ ਨੇ ਜਥੇਦਾਰ ਥਾਪਿਆ, ਆਪਾਂ ਸਭ ਨੇ ਦੇਖਿਆ, ਜਕਾਰੇ ਲੱਗਦੇ ਸਭ ਨੇ ਸੁਣਿਆ। ਸੋ ਉਹਨਾਂ ਨੇ ਇਨੀਸ਼ੀਏਟਿਵ ਲਿਆ ਹੈ। ਇਨੀਸ਼ੀਏਟਿਵ ਤਾਂ ਕੋਈ ਇੱਕ ਹੀ ਲੈਂਦਾ ਹੁੰਦਾ ਨਾ, ਤੁਰਦਾ ਤਾਂ ਇੱਕ ਹੈ, ਉਦੋਂ ਬਾਅਦ ਕਾਫਲੇ ਚੱਲਦੇ ਆ। ਔਰ ਉਹਨਾਂ ਕਾਫਲਿਆਂ ਦੇ ਵਿੱਚ ਕੱਲਾ ਜਥੇਦਾਰ ਜਗਤਾਰ ਸਿੰਘ ਹਵਾਰਾ ਕੀ ਕਰੇਗਾ? ਬਲਵੰਤ ਸਿੰਘ ਰਾਜੋਆਣਾ ਹਰਾਂ ਨੂੰ ਮਨਜ਼ੂਰ ਹੈ ਜੋ ਜਗਤਾਰ ਸਿੰਘ ਹਵਾਰਾ ਕਹਿ ਰਹੇ, ਜੋ ਤੁਸੀਂ ਦੱਸ ਰਹੇ ਹੋ? ਦੇਖੋ ਨਹੀਂ ਮਨਜ਼ੂਰ ਹੋਏਗਾ ਤਾਂ ਉਹਨਾਂ ਨੂੰ ਬੇਨਤੀ ਕਰਾਂਗੇ ਜਦੋਂ ਬਾਹਰ ਆ ਜਾਣਗੇ ਵੀ ਮਨਜ਼ੂਰ ਕਰੋ ਯਾਰ। ਨਹੀਂ, ਕੋਈ ਚਿੱਠੀ ਪੱਤਰੀ ਨਹੀਂ ਕੀਤੀ ਤੁਸੀਂ ਉਹਨਾਂ ਨੂੰ? ਦੇਖੋ ਜੇ ਤੁਹਾਨੂੰ ਚਿੱਠੀ ਆ ਸਕਦੀ ਹੈ ਤੇ ਉਹਨਾਂ ਤੱਕ ਚਿੱਠੀ ਜਾ ਵੀ ਸਕਦੀ ਹੈ। ਨਹੀਂ, ਚਿੱਠੀ ਪਾਵਾਂਗੇ ਜੀ। ਅੱਜ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਔਰ ਮਤਲਬ ਹੁਣ ਤੋਂ ਥੋੜੀ ਦੇਰ ਪਹਿਲਾਂ ਹੋਈ ਹੈ। ਮਨ 'ਚ ਡਰ ਸੀ, ਖਦਸ਼ਾ ਸੀ ਕਿ ਕਿਤੇ ਇਹ ਅਜਿਹੀ ਗੱਲ ਨਾ ਕਰ ਦੇਣ ਜਿਹਦੇ ਨਾਲ ਇੱਥੇ ਬੈਠੀਆਂ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚੇ। ਪਰ ਮੈਂ ਹੁਣੇ ਜਦੋਂ ਆਪਣੀ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾਂ WhatsApp ਤੇ ਮੈਂ ਪ੍ਰੈਸ ਨੋਟ ਪੜ੍ਹਿਆ, ਬਹੁਤ ਵਧੀਆ ਸੀ, ਠੀਕ ਸੀ। ਕੁਛ ਨਹੀਂ, ਉਹ ਤਾਂ ਸਮਾਂ ਦੀ ਹੋਰ ਵਧੀਆ ਢੰਗ ਨਾਲ ਕਹਿ ਰਹੇ ਆ ਇਹਨੂੰ ਕਰੋ। ਪੰਥ ਇਕੱਠਾ? ਬਿਲਕੁਲ। ਪੰਥ ਤਾਂ ਦੇਖੋ, ਪੰਥ ਕਿੱਥੇ ਹੈ? ਪੰਥ ਜਦੋਂ ਕੋਈ ਮੁੱਦਾ ਨਿਕਲਦਾ ਹੈ ਉਹਦੇ ਤੇ ਜਦੋਂ ਸਿਰ ਜੁੜ ਜਾਂਦੇ ਆ ਤਾਂ ਉਹੀ ਪੰਥ ਹੁੰਦਾ ਹੈ। ਔਰ ਪੰਥ ਦੀਆਂ ਸਿਰਮੌਰ ਸੰਸਥਾਵਾਂ ਜਿਹੜੀਆਂ ਹੈਗੀਆਂ ਉਹਨਾਂ ਉੱਤੇ ਜਿਹੜੇ ਬੈਠੇ ਬੰਦੇ ਆ, ਜਦੋਂ ਉਹ ਇਮਾਨਦਾਰੀ ਨਾਲ ਇਹਨਾਂ ਮੁੱਦਿਆਂ ਪ੍ਰਤੀ ਸੁਹਿਰਦ ਹੋ ਜਾਣਗੇ ਤਾਂ ਰਹਿੰਦਾ ਪੰਥ ਵੀ ਇਕੱਠਾ ਹੋ ਜਾਊਗਾ। ਚਲੋ, ਮੈਨੂੰ ਇੰਟਰਵਿਊ ਸਮਾਪਤ ਕਰਨੀ ਪੈ ਰਹੀ ਹੈ। ਮੈਂ ਉਮੀਦ ਕਰਦਾ ਕਿ ਜਿਹੜੇ ਦੁਬਿਧਾ 'ਚ ਹੈ ਉਹ ਦੁਬਿਧਾ ਤੁਸੀਂ ਸਾਰੇ ਲੋਕ ਇਕੱਠੇ ਬਹਿ ਕੇ ਦੂਰ ਕਰੋਗੇ। ਬਿਲਕੁਲ ਜ਼ਰੂਰੀ ਹੈ। ਪਰ ਬਹੁਤ ਸਾਰੇ ਸਵਾਲ ਹੈ ਜਿਹੜੇ ਬਾਕੀ ਹੈ, ਜੋ ਤੱਕ ਇਹ ਮੋਰਚਾ ਜਾਰੀ ਹੈ ਮੈਂ ਸਵਾਲ ਪੁੱਛਦਾ ਰਹੂੰਗਾ। ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਇਹ ਸਨ ਬਲਵਿੰਦਰ ਸਿੰਘ, ਜਿਨ੍ਹਾਂ ਕੋਲੋਂ ਬਹੁਤ ਸਾਰੇ ਸਵਾਲ ਲੈਣ ਦੀ ਕੋਸ਼ਿਸ਼ ਕੀਤੀ ਹੈ। ਹੋ ਸਕਦਾ ਹੈ ਕਿ ਕਈ ਸਵਾਲ ਸਾਡੇ ਸਪਸ਼ਟ ਨਾ ਹੋਣ ਤੇ ਹੋ ਸਕਦਾ ਇਹਨਾਂ ਦੇ ਜਵਾਬ ਵੀ ਸਪਸ਼ਟ ਨਾ ਹੋਣ, ਪਰ ਇਹ ਮੋਰਚਾ ਆਪਣੀਆਂ ਮੰਗਾਂ ਮਨਵਾ ਪਾਉਂਦਾ ਕਿ ਨਹੀਂ ਮਨਵਾ ਪਾਉਂਦਾ। ਪਰ ਅਸੀਂ ਸ਼ੁਰੂ ਤੋਂ ਇਹ ਸੁਣਿਆ ਕਿ ਜਦੋਂ ਸੰਗਤ ਦਾ ਮੋਰਚਾ ਹੁੰਦਾ ਫਿਰ ਉਹਦੀਆਂ ਮੰਗਾਂ ਮੰਨੀਆਂ ਜਾਂਦੀਆਂ। ਜੇ ਵਾਕਈ ਸੰਗਤ ਦਾ ਮੋਰਚਾ ਸਿਆਸਤ ਦਾ ਨਹੀਂ ਤੇ ਫਿਰ ਮੰਗਾਂ ਮੰਨੀਆਂ ਜਾ ਸਕਦੀਆਂ। ਤੇ ਜੇ ਇਸ ਵਿੱਚ ਸਿਆਸੀ ਧੜੇ ਉੱਭਰ ਕੇ ਸਾਹਮਣੇ ਆਉਂਦੇ ਤੇ ਆਪਦੇ ਏਜੰਡੇ ਰੱਖਦੇ ਆ, ਇਹਨਾਂ ਦੀਆਂ ਮੁੱਖ ਮੰਗਾਂ ਜਿਹੜੀਆਂ ਉਹ ਪਿੱਛੇ ਰਹਿ ਜਾਂਦੀਆਂ ਤੇ ਫਿਰ ਸ਼ਾਇਦ ਮੋਰਚੇ ਤੇ ਵੀ ਸਵਾਲ ਉੱਠਣਗੇ। ਬਹੁਤ ਧੰਨਵਾਦ।